ਸਤਿ ਸ਼੍ਰੀ ਅਕਾਲ। ਸਾਡੀ ਦੁਨੀਆ ਕਦੋਂ ਬਣੀ ਅਤੇ ਕੀ ਸ਼ੁਰੂ ਤੋਂ ਹੀ ਇਸ ਵਿੱਚ ਇਸੇ ਤਰ੍ਹਾਂ ਦੇ ਜੀਵ ਜੰਤੂ ਰਹਿੰਦੇ ਸਨ ਜਿਹੜੇ ਅਸੀਂ ਅੱਜ ਕੱਲ੍ਹ ਦੇਖਦੇ ਹਾਂ? ਇਹਨਾਂ ਸਵਾਲਾਂ ਦਾ ਜਵਾਬ ਦੇਣ ਲਈ ਸਾਇੰਸਦਾਨ ਕਈ ਸਦੀਆਂ ਤੋਂ ਖੋਜ ਕਰਦੇ ਆ ਰਹੇ ਹਨ। ਸਾਇੰਸਦਾਨਾਂ ਦਾ ਕਹਿਣਾ ਹੈ ਕਿ ਸਾਡੀ ਦੁਨੀਆ ਨੂੰ ਬਣਿਆ ਕਈ ਕਰੋੜ ਸਾਲ ਬੀਤ ਚੁੱਕੇ ਹਨ ਅਤੇ ਸਮੇਂ ਦੀ ਮਿਆਦ ਦਾ ਠੀਕ ਅੰਦਾਜ਼ਾ ਲਾਉਣਾ ਅਸੰਭਵ ਹੈ। ਪਰ ਇਹ ਵਿਦਵਾਨਾਂ ਨੇ ਕਈ ਠੋਸ ਸਬੂਤ ਅਤੇ ਦਲੀਲਾਂ ਦੇ ਕੇ ਦੱਸਿਆ ਹੈ ਕਿ ਮਨੁੱਖ ਦੇ ਜਨਮ ਧਾਰਨ ਤੋਂ ਕਰੋੜਾਂ ਸਾਲ ਪਹਿਲਾਂ ਧਰਤੀ ਉੱਤੇ ਅਜਿਹੇ ਜੀਵ ਜੰਤੂ ਹੁੰਦੇ ਸਨ ਜਿਹੜੇ ਅੱਜ ਕੱਲ੍ਹ ਦੇ ਜੀਵਾਂ ਤੋਂ ਰੂਪ, ਡੀਲ ਡੌਲ ਅਤੇ ਆਕਾਰ ਵਿੱਚ ਵੱਖਰੇ ਅਤੇ ਕਈ ਗੁਣਾ ਵੱਡੇ ਅਤੇ ਅਨੋਖੇ ਹੁੰਦੇ ਸਨ। ਇਹ ਪੁਰਾਤਨ ਜੀਵ ਜੁਗਾਂ ਜੁਗਾਂਤਰਾਂ ਤੋਂ ਨਵੇਂ ਰੂਪ ਧਾਰਦੇ ਰਹੇ ਅਤੇ ਅੰਤ ਨੂੰ ਇਸ ਧਰਤੀ ਦੀ ਮਿੱਟੀ ਵਿੱਚ ਸਦਾ ਲਈ ਅਲੋਪ ਹੋ ਜਾਂਦੇ ਰਹੇ। ਭਾਵੇਂ ਹੁਣ ਇਹਨਾਂ ਦਾ ਨਾਂ ਨਿਸ਼ਾਨ ਮਿਟ ਚੁੱਕਾ ਹੈ, ਪਰ ਦੁਨੀਆ ਦੇ ਕਈ ਹਿੱਸਿਆਂ ਤੋਂ ਖੁਦਾਈ ਕਰਦਿਆਂ ਇਹਨਾਂ ਦੀ ਹੱਡੀਆਂ ਦੇ ਪਿੰਜਰ ਮਿਲੇ ਹਨ, ਜਿਨ੍ਹਾਂ ਤੋਂ ਇਹਨਾਂ ਜੀਵਾਂ ਦੀ ਸ਼ਕਲ, ਕੱਦ ਅਤੇ ਸਮੇਂ ਬਾਰੇ ਸਾਨੂੰ ਕਾਫੀ ਕੁਝ ਪਤਾ ਲੱਗਦਾ ਹੈ। ਇਹ ਪਿੰਜਰ ਬਹੁਤ ਸਾਰਾ ਸਮਾਂ ਜ਼ਮੀਨ ਵਿੱਚ ਦੱਬੇ ਰਹਿਣ ਕਰਕੇ ਪੱਥਰ ਬਣੇ ਹੋਏ ਲੱਭੇ ਹਨ। ਇਹਨਾਂ ਪੱਥਰਾਏ ਹੋਏ ਪਿੰਜਰਾਂ ਨੂੰ ਅੰਗਰੇਜ਼ੀ ਵਿੱਚ ਫੋਸਿਲ ਆਖਦੇ ਹਨ। ਇਹਨਾਂ ਪਿੰਜਰਾਂ ਦੀਆਂ ਹੱਡੀਆਂ ਤੋਂ ਸਾਇੰਸਦਾਨ ਹਿਸਾਬ ਲਾ ਕੇ ਦੱਸ ਸਕਦੇ ਹਨ ਕਿ ਇਹ ਪਿੰਜਰ ਕਿੰਨੇ ਪੁਰਾਣੇ ਹਨ ਅਤੇ ਕਿਸ ਖਾਸ ਸ਼੍ਰੇਣੀ ਦੇ ਜਾਨਵਰਾਂ ਨਾਲ ਸੰਬੰਧ ਰੱਖਦੇ ਹਨ। ਇਹਨਾਂ ਦੇ ਦੰਦਾਂ ਤੋਂ ਵੀ ਇਹ ਅਨੁਮਾਨ ਲਾ ਲਿਆ ਜਾਂਦਾ ਹੈ ਕਿ ਜਾਨਵਰ ਨਿਰਾ ਘਾਹ ਅਤੇ ਪੱਤਿਆਂ ਉੱਤੇ ਗੁਜ਼ਾਰਾ ਕਰਦੇ ਸਨ ਜਾਂ ਦੂਜੇ ਜਾਨਵਰਾਂ ਦੇ ਮਾਸ 'ਤੇ ਪਲਦੇ ਸਨ। ਇਹਨਾਂ ਜੀਵਾਂ ਬਾਰੇ ਠੀਕ ਅਨੁਮਾਨ ਲਾਉਣ ਵਿੱਚ ਵਿਦਵਾਨ ਦੋ ਸਾਧਨਾਂ ਤੋਂ ਸਹਾਇਤਾ ਲੈਂਦੇ ਹਨ। ਇੱਕ ਤਾਂ ਇਹਨਾਂ ਪਿੰਜਰਾਂ ਦੀਆਂ ਹੱਡੀਆਂ ਨੂੰ ਆਪਸ ਵਿੱਚ ਜੋੜ ਕੇ ਪੂਰਵ ਇਤਿਹਾਸਿਕ ਜੀਵਾਂ ਦੀ ਲੰਬਾਈ, ਮੋਟਾਈ, ਉਚਾਈ ਆਦਿ ਦਾ ਪਤਾ ਕਰ ਲਿਆ ਜਾਂਦਾ ਹੈ। ਦੂਜੇ, ਬਹੁਤ ਪੁਰਾਣੇ ਸਮੇਂ ਦੀਆਂ ਕੁੰਦਰਾਂ ਅਤੇ ਪਹਾੜਾਂ ਦੀਆਂ ਗੁਫਾਵਾਂ ਵਿੱਚ ਕੰਧਾਂ ਉੱਤੇ ਵਾਹੀਆਂ ਹੋਈਆਂ ਉਸ ਸਮੇਂ ਦੇ ਜੀਵਾਂ ਦੀਆਂ ਸ਼ਕਲਾਂ ਤੋਂ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਇਹਨਾਂ ਸਾਧਨਾਂ ਤੋਂ ਇਲਾਵਾ ਇਹਨਾਂ ਜੀਵਾਂ ਦੇ ਰੰਗ ਬਾਰੇ ਉਸੇ ਕਿਸਮ ਦੇ ਅੱਜ ਕੱਲ੍ਹ ਦੇ ਜਾਨਵਰਾਂ ਨਾਲ ਟਾਕਰਾ ਕਰਕੇ ਨਿਰਣਾ ਕਰ ਲਿਆ ਜਾਂਦਾ ਹੈ। ਤਕਰੀਬਨ ਸਾਰੇ ਫੋਸਿਲ ਅਜਿਹੀਆਂ ਚਟਾਨਾਂ ਵਿੱਚ ਦੱਬੇ ਪਏ ਮਿਲੇ ਹਨ ਜਿਹੜੀਆਂ ਪਾਣੀ ਦੀਆਂ ਕਿਰਿਆ ਨਾਲ ਬਣੀਆਂ ਹਨ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਇਹਨਾਂ 'ਚੋਂ ਬਹੁਤ ਸਾਰੇ ਜੀਵ ਜੰਤੂ ਜਾਂ ਤਾਂ ਪਾਣੀ ਵਿੱਚ ਜਾਂ ਪਾਣੀ ਦੇ ਕੰਢੇ ਦੇ ਲਾਗੇ ਰਹਿੰਦੇ ਸਨ। ਇਹ ਫੋਸਿਲ ਕਿਸ ਤਰ੍ਹਾਂ ਬਣੇ? ਖੋਜ ਤੋਂ ਪਤਾ ਲੱਗਦਾ ਹੈ ਕਿ ਜਦ ਕੋਈ ਜਾਨਵਰ ਮਰ ਜਾਂਦਾ ਤਾਂ ਉਹਦਾ ਮ੍ਰਿਤਕ ਸਰੀਰ ਦਰਿਆ ਵਿੱਚ ਰੁੜ ਕੇ ਸਮੁੰਦਰ ਤੱਕ ਪਹੁੰਚ ਜਾਂਦਾ ਅਤੇ ਕਿਸੇ ਇੱਕ ਥਾਂ ਟਿਕ ਜਾਂਦਾ। ਮਿੱਟੀ ਅਤੇ ਰੇਤ ਦੇ ਛੋਟੇ ਕਣ ਜਿਹੜੇ ਦਰਿਆ ਆਪੋ ਉਹਨਾਂ ਨਾਲ ਪਹਾੜਾਂ ਤੋਂ ਰੋੜ ਕੇ ਲਿਆਂਦੇ ਇਹਨਾਂ ਹੱਡੀਆਂ ਨਾਲ ਜੁੜਦੇ ਜਾਂਦੇ। ਇਸ ਤਰ੍ਹਾਂ ਸਮਾਂ ਪਾ ਕੇ ਉਹ ਪਿੰਜਰ ਪਥਰਾ ਜਾਂਦਾ। ਲੱਖਾਂ ਸਾਲਾਂ ਪਿੱਛੋਂ ਸਮੁੰਦਰ ਦਾ ਉਹ ਭਾਗ ਮਿੱਟੀ ਅਤੇ ਰੇਤ ਦੇ ਕਣਾਂ ਦੇ ਇਕੱਠੇ ਹੋ ਜਾਣ ਕਾਰਨ ਉੱਚਾ ਹੋ ਕੇ ਭੂਮੀ ਬਣ ਜਾਂਦਾ। ਇਸੇ ਭੂਮੀ ਵਿੱਚੋਂ ਸਾਨੂੰ ਇਹ ਫੋਸਿਲ ਮਿਲਦੇ ਹਨ। ਇਹਨਾਂ ਪਿੰਜਰਾਂ ਨੂੰ ਪੁੱਟ ਕੇ ਕੱਢਣਾ ਬੜਾ ਔਖਾ ਕੰਮ ਹੈ। ਇਸ ਕੰਮ ਲਈ ਖਾਸ ਨਿਪੁੰਨਤਾ ਦੀ ਲੋੜ ਹੁੰਦੀ ਹੈ। ਜਦੋਂ ਕਿਧਰੇ ਕੋਈ ਫੋਸਿਲ ਮਿਲਦਾ ਹੈ ਤਾਂ ਉਹਨੂੰ ਪੁੱਟਣ ਵਿੱਚ ਕਈ ਮਹੀਨੇ ਲੱਗ ਜਾਂਦੇ ਹਨ। ਫਿਰ ਕਿੰਨਾ ਹੀ ਚਿਰ ਇਹਨਾਂ ਨੂੰ ਜੋੜਨ ਅਤੇ ਅਜਾਇਬ ਘਰ ਵਿੱਚ ਰੱਖਣ ਦੇ ਯੋਗ ਬਣਾਉਣ ਵਿੱਚ ਲੱਗ ਜਾਂਦਾ ਹੈ, ਕਿਉਂਕਿ ਆਮ ਤੌਰ 'ਤੇ ਇਹ ਪਿੰਜਰ ਮੁਕੰਮਲ ਰੂਪ ਵਿੱਚ ਨਹੀਂ ਮਿਲਦੇ। ਜਦੋਂ ਕਿਸੇ ਅਗਿਆਤ ਜਾਨਵਰ ਦਾ ਫੋਸਿਲ ਮਿਲਦਾ ਹੈ ਤਾਂ ਉਹਦੇ ਕੱਦ ਅਤੇ ਆਕਾਰ ਅਨੁਸਾਰ ਉਸ ਦਾ ਨਾਂ ਚੁਣਿਆ ਜਾਂਦਾ ਹੈ। ਫਿਰ ਉਸ ਆਕਾਰ ਜੇ ਹੋਰ ਕਿਸੇ ਜਾਨਵਰ ਦੇ ਨਮੂਨੇ ਵੇਖੇ ਜਾਂਦੇ ਹਨ। ਇਸ ਤਰ੍ਹਾਂ ਉਸ ਪਿੰਜਰ ਵਿੱਚੋਂ ਗਵਾਚੇ ਹਿੱਸਿਆਂ ਨੂੰ ਢੁਕਵੇਂ ਰੂਪ ਵਿੱਚ ਜੋੜਿਆ ਜਾਂਦਾ ਹੈ। ਇਹ ਪਥਰਾਏ ਪਿੰਜਰ ਹਜ਼ਾਰਾਂ ਸਾਲ ਪਹਿਲਾਂ ਵੀ ਲੋਕਾਂ ਨੂੰ ਲੱਭਦੇ ਸਨ, ਪਰ ਇਹਨਾਂ ਨੂੰ ਰੱਬ ਦੀ ਇੱਕ ਅਨੋਖੀ ਲੀਲਾ ਸਮਝਣ ਤੋਂ ਸਿਵਾ ਉਹ ਇਹਨਾਂ ਵੱਲ ਹੋਰ ਕੋਈ ਧਿਆਨ ਨਹੀਂ ਦਿੰਦੇ ਸਨ। ਜਦੋਂ ਉਹਨਾਂ ਨੂੰ ਸਮੁੰਦਰ ਤੋਂ ਬਹੁਤ ਦੂਰ ਧਰਤੀ ਦੇ ਕਿਸੇ ਖੁਸ਼ਕ ਭਾਗ ਵਿੱਚ ਕਿਸੇ ਮੱਛੀ ਦਾ ਫੋਸਿਲ ਮਿਲਦਾ ਸੀ ਤਾਂ ਉਹ ਹੈਰਾਨ ਹੁੰਦੇ ਸਨ ਕਿ ਉਹ ਉੱਥੇ ਕਿਸ ਤਰ੍ਹਾਂ ਆ ਪਹੁੰਚਿਆ ਹੈ। ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਧਰਤੀ ਦੇ ਤਲ 'ਤੇ ਨਿਰੰਤਰ ਅਦਲਾ ਬਦਲੀ ਹੁੰਦੀ ਰਹਿੰਦੀ ਹੈ। ਕਈ ਥਾਵਾਂ ਜਿਹੜੀਆਂ ਸਮੁੰਦਰ ਵਿੱਚ ਡੁੱਬੀਆਂ ਹੋਈਆਂ ਹਨ ਉਹ ਬਹੁਤ ਬਾਹਰ ਨਿਕਲ ਆਉਂਦੀਆਂ ਹਨ ਅਤੇ ਸੁੱਕ ਕੇ ਭੂਮੀ ਬਣ ਜਾਂਦੀਆਂ ਹਨ। ਇਸੇ ਤਰ੍ਹਾਂ ਕਈ ਹਿੱਸੇ ਜਿਹੜੇ ਸੁੱਕੀ ਜ਼ਮੀਨ ਹੁੰਦੇ ਹਨ ਪਾਣੀ ਵਿੱਚ ਡੁੱਬ ਜਾਂਦੇ ਹਨ। ਕੱਕਰ, ਹਵਾ, ਮੀਂਹ ਅਤੇ ਬਰਫਾਨੀ ਪਾਣੀ ਦੇ ਰੋੜ ਨਾਲ ਪਹਾੜਾਂ ਤੋਂ ਮਿੱਟੀ ਅਤੇ ਰੇਤ ਦੇ ਕਣ ਦਰਿਆਵਾਂ ਰਾਹੀਂ ਸਮੁੰਦਰਾਂ ਵਿੱਚ ਜਾ ਡਿੱਗਦੇ ਹਨ। ਇਹੀ ਕਣ ਲੱਖਾਂ ਸਾਲਾਂ ਪਿੱਛੋਂ ਸਖਤ ਹੋ ਕੇ ਚਟਾਨਾਂ ਦਾ ਰੂਪ ਧਾਰਨ ਕਰ ਲੈਂਦੇ ਹਨ। ਅਨੁਮਾਨ ਲਾਇਆ ਗਿਆ ਹੈ ਕਿ ਇਸ ਦੁਨੀਆ ਵਿੱਚ ਮਨੁੱਖ ਦੇ ਜਨਮ ਧਾਰਿਆਂ ਕੋਈ 10 ਲੱਖ ਸਾਲ ਹੋ ਗਏ ਹਨ। ਅੱਜ ਤੋਂ ਲੈ ਕੇ ਕੋਈ 45 ਕਰੋੜ ਸਾਲਾਂ ਦੇ ਸਮੇਂ ਨੂੰ ਸਾਇੰਸਦਾਨਾਂ ਨੇ ਵੱਖਰੇ ਹਿੱਸਿਆਂ ਵਿੱਚ ਵੰਡਿਆ ਹੈ। ਇਸ ਵੰਡ ਨੂੰ ਉਹਨਾਂ ਜੀਵ ਜੰਤੂਆਂ ਅਤੇ ਦਰਖਤਾਂ ਆਦਿ ਦੇ ਪਿੰਜਰਾਂ ਦੇ ਆਧਾਰ 'ਤੇ ਕੀਤਾ ਗਿਆ ਹੈ ਜਿਹੜੇ ਵੱਖ ਸਮੇਂ ਦੀਆਂ ਚਟਾਨਾਂ ਵਿੱਚੋਂ ਪਥਰਾਏ ਹੋਏ ਮਿਲੇ ਹਨ। ਅਸੀਂ ਪੁਰਾਤਨ ਕਹਾਣੀਆਂ ਵਿੱਚ ਵੱਡੇ ਭੂਤ, ਚੁੜੇਲਾਂ ਅਤੇ ਖੌਫਨਾਕ ਦੈਂਤਾਂ ਦਾ ਹਾਲ ਆਮ ਪੜ੍ਹਦੇ ਹਾਂ। ਅਸਲ ਵਿੱਚ ਸਾਡੇ ਵੱਡ ਵਡੇਰਿਆਂ ਨੇ ਧਰਤੀ ਵਿੱਚੋਂ ਨਿਕਲੇ ਦੈਂਤ ਕੱਦ ਜਾਨਵਰਾਂ ਦੇ ਫੋਸਿਲਾਂ ਤੋਂ ਅੰਦਾਜ਼ਾ ਲਗਾਇਆ ਸੀ ਕਿ ਇਹੋ ਜਿਹੇ ਭੈਭੀਤ ਕਰਨ ਵਾਲੇ ਅਤੇ ਡਰਾਉਣੇ ਜੰਤੂ ਹਾਲੀ ਵੀ ਜੰਗਲਾਂ ਅਤੇ ਪਹਾੜਾਂ ਦੀਆਂ ਕੁੰਦਰਾਂ ਵਿੱਚ ਰਹਿੰਦੇ ਹਨ।
ਤੇ ਇੱਕ ਦੁੱਕਾ ਆਦਮੀਆਂ ਨੂੰ ਫੜ ਕੇ ਖਾ ਜਾਂਦੇ ਹਨ। ਪਰ ਆਵਾਜਾਈ ਦੇ ਸਾਧਨਾਂ ਦੇ ਵੱਧ ਜਾਣ ਨਾਲ ਹੁਣ ਇਹ ਪਤਾ ਲੱਗ ਗਿਆ ਹੈ ਕਿ ਇਹ ਜੰਤੂ ਅੱਜ ਕੱਲ੍ਹ ਨਹੀਂ ਬਲਕਿ ਕਈ ਕਰੋੜ ਸਾਲ ਪਹਿਲਾਂ ਹੀ ਪਹਿਲਾਂ ਹੀ ਗੁਜ਼ਰ ਗਏ ਹਨ। ਜਦ ਅਸੀਂ ਸਾਇੰਸਦਾਨਾਂ ਦੀ ਸਹਾਇਤਾ ਨਾਲ ਕਈ ਕਰੋੜ ਸਾਲ ਪਹਿਲਾਂ ਪਿਛਾਂਹ ਵੱਲ ਝਾਤੀ ਮਾਰਦੇ ਹਾਂ ਤਾਂ ਸਾਨੂੰ ਇੱਕ ਹੋਰ ਅਨੋਖੀ ਗੱਲ ਦਾ ਪਤਾ ਲੱਗਦਾ ਹੈ। ਉਹ ਇਹ ਹੈ ਕਿ ਸ਼ੁਰੂ ਵਿੱਚ ਕੁਦਰਤ ਨੇ ਐਸੇ ਜੀਵ ਜੰਤੂ ਬਣਾਏ ਜਿਹੜੇ ਅੱਜ ਕੱਲ੍ਹ ਦੇ ਜੀਵ ਜੰਤੂਆਂ ਕੋਲੋਂ ਕਈ ਕਈ 100 ਗੁਣਾ ਵੱਡੇ ਸਨ। ਪਰ ਉਹ ਦੈਂਤ ਕੱਦ ਜੀਵ ਸਮੇਂ ਦੀ ਤੋਰ ਨਾਲ ਨਹੀਂ ਚੱਲ ਸਕੇ। ਉਹਨਾਂ ਦਾ ਵੱਡਾ ਕੱਦ ਹੀ ਉਹਨਾਂ ਦੀ ਉਤਪਤੀ ਵਿੱਚ ਰੁਕਾਵਟ ਪਾਉਂਦਾ ਰਿਹਾ। ਫਿਰ ਕੁਦਰਤ ਨੇ ਉਹਨਾਂ ਦੇ ਕੱਦ ਛੋਟੇ ਬਣਾਉਣੇ ਸ਼ੁਰੂ ਕਰ ਦਿੱਤੇ ਅਤੇ ਨਾਲ ਨਾਲ ਦਿਮਾਗੀ ਸ਼ਕਤੀ ਵਧਾਉਣੀ ਸ਼ੁਰੂ ਕਰ ਦਿੱਤੀ। ਇਹ ਸ਼ਕਤੀ ਸਭ ਤੋਂ ਵੱਧ ਮਨੁੱਖ ਨੂੰ ਮਿਲੀ ਹੈ। ਇਸੇ ਸ਼ਕਤੀ ਨਾਲ ਹੀ ਮਨੁੱਖ ਆਪਣੇ ਤੋਂ ਵੱਡੇ ਵੱਡੇ ਜੰਤੂਆਂ ਅਤੇ ਕੁਦਰਤ ਦੀ ਬਾਕੀ ਕਾਇਨਾਤ 'ਤੇ ਕਾਬੂ ਪਾ ਰਿਹਾ ਹੈ। ਆਓ ਅੱਜ ਅਸੀਂ ਮਹੱਤਵਪੂਰਨ ਜਾਣਕਾਰੀ ਪੂਰਵ ਇਤਿਹਾਸਿਕ ਜੰਤੂਆਂ ਬਾਰੇ ਲਈਏ। ਪੂਰਵ ਇਤਿਹਾਸਿਕ ਜੰਤੂਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਲ ਕਰਨ ਤੋਂ ਪਹਿਲਾਂ ਅੱਜ ਤੋਂ 45 ਕਰੋੜ ਸਾਲ ਪਹਿਲਾਂ ਸਮੇਂ ਦੀ ਵੰਡ ਦੀ ਜਾਣਕਾਰੀ ਲੈਣੀ ਸਾਡੇ ਲਈ ਬੜੀ ਲਾਹੇਵੰਦ ਤੇ ਜ਼ਰੂਰੀ ਹੈ। ਅਸੀਂ ਇਸ ਨੂੰ ਇੱਕ ਚਿੱਤਰ ਦੀ ਸਹਾਇਤਾ ਤੇ ਜੀਵ ਉਤਪਤੀ ਦਾ ਦਰਖਤ ਬਣਾ ਕੇ ਸੌਖਿਆਂ ਹੀ ਸਮਝ ਸਕਦੇ ਹਾਂ। ਇਸ ਚਿੱਤਰ ਨੂੰ ਅਸੀਂ ਨਵਾਂ ਕਾਲ, ਮੱਧ ਕਾਲ ਤੇ ਬਹੁਤ ਪੁਰਾਤਨ ਕਾਲ ਦੀ ਸਾਰਣੀ ਬਣਾ ਕੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਤੋਂ 45 ਕਰੋੜ ਸਾਲ ਪਹਿਲਾਂ ਦੇ ਸਮੇਂ ਦੀ ਵੰਡ ਦਾ ਚਿੱਤਰ। ਨਵਾਂ ਕਾਲ 7 ਕਰੋੜ ਸਾਲ ਪਹਿਲਾਂ, 10 ਲੱਖ ਸਾਲ ਮਨੁੱਖ ਦੀ ਹੋਂਦ, 10 ਲੱਖ ਸਾਲ 1 ਕਰੋੜ 20 ਲੱਖ ਸਾਲ ਨੇੜੇ ਦਾ ਸਮਾਂ, 1 ਕਰੋੜ 70 ਲੱਖ ਸਾਲ ਦਰਮਿਆਨੀ ਸਮਾਂ, 1 ਕਰੋੜ 50 ਲੱਖ ਸਾਲ ਮਨੁੱਖ ਦੀ ਉਤਪਤੀ ਦਾ ਪਹੁ ਫਟਾਲਾ, 2 ਕਰੋੜ 50 ਲੱਖ ਸਾਲ ਦੁੱਧ ਚੁੰਘਾਉਣ ਵਾਲੇ ਜੀਵਾਂ ਦੀ ਬਹੁਗਿਣਤੀ। ਮੱਧਕਾਲ 11 ਕਰੋੜ ਸਾਲ, 4 ਕਰੋੜ ਸਾਲ ਡਾਇਨਾਸੌਰ ਦਾ ਅੰਤ, 4 ਕਰੋੜ ਸਾਲ ਦੁੱਧ ਚੁੰਘਾਉਣ ਵਾਲੇ ਜੀਵ ਤੇ ਉੱਡਣ ਵਾਲੇ ਜੀਵ ਤੇ ਪੰਛੀ, 3 ਕਰੋੜ ਸਾਲ ਡਾਇਨਾਸੌਰ ਅਰਥਾਤ ਦੈਂਤ ਆਕਾਰ ਕਿਰਲੇ, 4 ਕਰੋੜ 50 ਲੱਖ ਸਾਲ ਜ਼ਮੀਨ ਤੇ ਰੇਂਗਣ ਵਾਲੇ ਜੀਵ, 5 ਕਰੋੜ ਸਾਲ ਰੀਂਗਣ ਵਾਲੇ ਜਲਚਰ ਤੇ ਵੱਡੇ ਵੱਡੇ ਜੰਗਲ, 3 ਕਰੋੜ 50 ਲੱਖ ਸਾਲ ਹਵਾ ਤੇ ਪਾਣੀ ਵਿੱਚ ਰਹਿਣ ਵਾਲੇ ਜੀਵ। ਬਹੁਤ ਪੁਰਾਣਾ ਕਾਲ 27 ਕਰੋੜ ਸਾਲ, 3 ਕਰੋੜ ਸਾਲ ਦਰਖਤਾਂ ਤੇ ਬੂਟਿਆਂ ਦੀ ਉਤਪਤੀ, 5 ਕਰੋੜ ਸਾਲ ਮੱਛੀਆਂ ਜਿਨ੍ਹਾਂ ਦੀ ਰੀੜ੍ਹ ਦੀ ਹੱਡੀ ਸੀ, 6 ਕਰੋੜ ਸਾਲ ਘੋਗੇ ਤੇ ਸਿੱਪੀਆਂ ਵਿੱਚ ਰਹਿਣ ਵਾਲੇ ਸਧਾਰਨ ਜਿਹੇ ਸਮੁੰਦਰੀ ਜੀਵ। ਇਸ ਤੋਂ ਬਾਅਦ ਅਸੀਂ ਜੀਵ ਉਤਪਤੀ ਦਾ ਦਰਖਤ ਲੈਂਦੇ ਹਾਂ। ਇਸ ਦਰਖਤ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਜੀਵ ਦੀ ਉਤਪਤੀ ਸ਼ੁਰੂ ਵਿੱਚ ਬੜੇ ਸਾਦੇ ਕਿਸਮ ਦੇ ਜੀਵਾਂ ਤੋਂ ਹੋਈ। ਇਸ ਦੀ ਖੱਬੇ ਹੱਥ ਦੀ ਪਹਿਲੀ ਸ਼ਾਖ ਉਹਨਾਂ ਜੀਵਾਂ ਦੀ ਹੈ ਜਿਹੜੇ ਪਹਿਲਾਂ ਸਮੁੰਦਰ ਵਿੱਚ ਪੈਦਾ ਹੋਏ। ਉਹਨਾਂ ਦੀ ਰੀੜ੍ਹ ਦੀ ਹੱਡੀ ਨਹੀਂ ਸੀ ਹੁੰਦੀ ਤੇ ਉਹਨਾਂ ਦੀ ਸ਼ਕਲ ਕੇਂਕੜੇ ਵਰਗੀ ਸੀ। ਸੱਜੇ ਹੱਥ ਵਾਲੀ ਦੂਜੀ ਸ਼ਾਖ ਦੱਸਦੀ ਹੈ ਕਿ ਇਸ ਪਿੱਛੋਂ ਕੁਦਰਤ ਨੇ ਪਾਣੀ ਵਿੱਚ ਐਸੇ ਜੀਵ ਪੈਦਾ ਕੀਤੇ ਜਿਨ੍ਹਾਂ ਦੀ ਰੀੜ੍ਹ ਦੀ ਹੱਡੀ ਸੀ। ਇਸ ਕਿਸਮ ਵਿੱਚ ਮੱਛੀਆਂ ਸ਼ਾਮਲ ਹਨ। ਤੀਜੀ ਸ਼ਾਖ ਜੋ ਖੱਬੇ ਹੱਥ ਵੱਲ ਹੈ ਦੱਸਦੀ ਹੈ ਕਿ ਫਿਰ ਕੁਦਰਤ ਨੇ ਐਸੇ ਜੰਤੂ ਪੈਦਾ ਕੀਤੇ ਜਿਹੜੇ ਪਾਣੀ ਵਿੱਚ ਵੀ ਤੇ ਖੁਸ਼ਕੀ ਤੇ ਵੀ ਰਹਿ ਸਕਦੇ ਸਨ। ਇਹਨਾਂ ਦੀ ਇੱਕ ਕਿਸਮ ਡੱਡੂ ਹੈ। ਚੌਥੀ ਸ਼ਾਖ ਜੋ ਸੱਜੇ ਹੱਥ ਵੱਲ ਹੈ ਦੱਸਦੀ ਹੈ ਕਿ ਪਾਣੀ ਅਤੇ ਖੁਸ਼ਕੀ ਤੇ ਰਹਿਣ ਵਾਲੇ ਜੰਤੂਆਂ ਪਿੱਛੋਂ ਕੁਦਰਤ ਨੇ ਰੀਂਗਣ ਵਾਲੇ ਜੰਤੂ ਪੈਦਾ ਕੀਤੇ। ਪੰਜਵੀਂ ਸ਼ਾਖ ਦੱਸਦੀ ਹੈ ਕਿ ਰੀਂਗਣ ਵਾਲੇ ਜਾਨਵਰਾਂ ਵਿੱਚੋਂ ਹੀ ਰੀਂਗਣ ਵਾਲੇ ਪੰਛੀਆਂ ਦੀ ਉਤਪਤੀ ਹੋਈ ਜਿਨ੍ਹਾਂ ਵਿੱਚੋਂ ਅੱਜ ਕੱਲ੍ਹ ਦੇ ਉਡਾਰੂ ਪੰਛੀ ਬਣੇ। ਦਰਖਤ ਦੀਆਂ ਸਭ ਤੋਂ ਉੱਪਰ ਵਾਲੀਆਂ ਸ਼ਾਖਾਂ 6, 7, 8, 9, 10, 11, 12 ਦੱਸਦੀਆਂ ਹਨ ਕਿ ਰੀਂਗਣ ਵਾਲੇ ਜਾਨਵਰਾਂ ਤੋਂ ਪਿੱਛੋਂ ਕੁਦਰਤ ਨੇ ਦੁੱਧ ਚੁੰਘਾਉਣ ਵਾਲੇ ਜਾਨਵਰ ਬਣਾਏ ਜਿਨ੍ਹਾਂ ਵਿੱਚ ਅੱਜ ਕੱਲ੍ਹ ਘੋੜਾ, ਹਾਥੀ, ਬਣਮਾਣੂ, ਬਾਂਦਰ, ਚਮਗਿੱਦੜ ਤੇ ਕੰਗਾਰੂ ਹਨ। ਇਹਨਾਂ ਸਾਰਿਆਂ ਵਿੱਚ ਸਭ ਤੋਂ ਉੱਚਾ ਸਥਾਨ ਮਨੁੱਖ ਦਾ ਹੈ। ਆਓ ਸਭ ਤੋਂ ਪਹਿਲਾਂ ਅਸੀਂ ਦੈਂਤਕਾਰ ਕਿਰਲੇ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਦੈਂਤਕਾਰ ਕਿਰਲਾ ਇਹ ਇੱਕ ਵੱਡੀ ਕਿਸਮ ਦਾ ਰੀਂਗਣ ਵਾਲਾ ਜੰਤੂ ਸੀ। ਇਹ ਡਾਇਨਾਸੌਰ ਜਾਂ ਡਰੋਣੇ ਕਿਸਮ ਦੇ ਕਿਰਲਿਆਂ ਵਿੱਚੋਂ ਸੀ। 1822 ਵਿੱਚ ਜਦੋਂ ਕੁਝ ਪਥਰਾਏ ਹੋਏ ਦੰਦ ਲੱਭੇ, ਇਹ ਕੋਈ ਨਹੀਂ ਸੀ ਜਾਣਦਾ ਕਿ ਇਹ ਕਿਸ ਕਿਸਮ ਦੇ ਜਾਨਵਰ ਦੇ ਹਨ। ਬਾਅਦ ਵਿੱਚ ਜਦ ਹੋਰ ਹੱਡੀਆਂ ਮਿਲੀਆਂ ਤਾਂ ਹੀ ਪਤਾ ਲੱਗਾ ਕਿ ਇਹ ਇੱਕ ਵੱਡੇ ਰੀਂਗਣ ਵਾਲੇ ਜੀਵ ਦੇ ਹਨ ਜਿਹੜਾ ਅੱਜ ਕੱਲ੍ਹ ਦੇ ਕਿਰਲੇ ਨਾਲ ਮਿਲਦਾ ਜੁਲਦਾ ਸੀ। ਇਸ ਦੇ ਅੰਗੂਠੇ ਤੇ ਇੱਕ ਤਿੱਖੀ ਜਿਹੀ ਹੱਡੀ ਵੀ ਹੁੰਦੀ ਸੀ। 1872 ਵਿੱਚ ਬੈਲਜੀਅਮ ਦੀ ਇੱਕ ਕੋਇਲੇ ਦੀ ਖਾਨ ਵਿੱਚ ਖੁਦਾਈ ਕਰਦਿਆਂ ਇਸ ਜੰਤੂ ਦੇ 22 ਪਥਰਾਏ ਹੋਏ ਪਿੰਜਰ ਲੱਭੇ। ਕਿਰਲਾ ਇਹ ਕਿਰਲੇ ਕੋਈ 2 ਫੁੱਟ ਲੰਮੇ ਹੁੰਦੇ ਸਨ। ਇਹ ਅੱਜ ਤੋਂ ਕੋਈ 25 ਕਰੋੜ ਸਾਲ ਪਹਿਲਾਂ ਹੁੰਦੇ ਸਨ। ਇਹ ਡੱਡੂ ਵਾਂਗ ਪਾਣੀ ਤੇ ਹਵਾ ਵਿੱਚ ਜਿਉਂਦੇ ਰਹਿ ਸਕਦੇ ਸਨ। ਇਹਨਾਂ ਦੀ ਉਤਪਤੀ ਮੱਛੀਆਂ ਤੋਂ ਹੋਈ ਸੀ। ਇਹਨਾਂ ਦੇ ਫੇਫੜੇ ਵੱਖਰੀ ਕਿਸਮ ਦੇ ਸਨ ਜਿਨ੍ਹਾਂ ਨਾਲ ਇਹ ਹਵਾ ਵਿੱਚ ਵੀ ਜਿਉਂਦੇ ਰਹਿ ਸਕਦੇ ਸਨ।
ਪਾਣੀ ਤੇ ਹਵਾ ਦੋਹਾਂ ਵਿੱਚ ਜਿਉਂਦੇ ਰਹਿਣ ਵਾਲੇ ਜੀਵ ਪਾਣੀ ਵਿੱਚ ਆਂਡੇ ਦਿੰਦੇ ਹਨ ਤੇ ਇਹਨਾਂ ਆਂਡਿਆਂ ਦਾ ਛਿਲਕਾ ਨਹੀਂ ਹੁੰਦਾ। ਇਹ ਨਰਮ ਤੇ ਕੂਲੇ ਹੁੰਦੇ ਹਨ। ਪਰ ਰੀਂਗਣ ਵਾਲੇ ਜਾਨਵਰ ਜ਼ਮੀਨ ਉੱਤੇ ਆਂਡੇ ਦਿੰਦੇ ਹਨ ਤੇ ਇਹਨਾਂ ਆਂਡਿਆਂ ਦਾ ਛਿਲਕਾ ਸਖਤ ਹੁੰਦਾ ਹੈ। ਜਲਚਰ ਕਿਰਲਾ ਇਹ ਅਜੀਬ ਕਿਸਮ ਦੇ ਰੀਂਗਣ ਵਾਲੇ ਜਾਨਵਰ ਸਨ ਤੇ ਸਮੁੰਦਰ ਵਿੱਚ ਰਹਿੰਦੇ ਸਨ। ਇਹਨਾਂ ਦੀਆਂ 100 ਵੱਖਰੀਆਂ ਵੱਖਰੀਆਂ ਕਿਸਮਾਂ ਸਾਰੀ ਦੁਨੀਆ ਵਿੱਚ ਮਿਲੀਆਂ ਹਨ, ਜਿਨ੍ਹਾਂ ਦੀ ਲੰਬਾਈ 3 ਫੁੱਟ ਤੋਂ ਲੈ ਕੇ 40 ਫੁੱਟ ਤੱਕ ਸੀ। ਇਹਨਾਂ ਦੀਆਂ ਬਹੁਤੀਆਂ ਕਿਸਮਾਂ ਲੰਮੀ ਗਰਦਨ ਵਾਲੀਆਂ ਸਨ। ਇਹਨਾਂ ਦੇ ਹੱਥ ਪੈਰ ਚੱਪੂਆਂ ਵਾਂਗ ਬਣ ਗਏ ਸਨ, ਜਿਨ੍ਹਾਂ ਦੀ ਮਦਦ ਨਾਲ ਇਹ ਸਮੁੰਦਰਾਂ ਵਿੱਚ ਤਰਦੇ ਸਨ। ਇਹਨਾਂ ਦੇ ਦੰਦ ਮਜ਼ਬੂਤ ਅਤੇ ਤਿੱਖੇ ਹੁੰਦੇ ਸਨ। ਕਈਆਂ ਕਿਸਮਾਂ ਦੇ ਜਲਚਰ ਕਿਰਲਿਆਂ ਦੇ ਪੇਟ ਵਿੱਚ ਮੱਛੀਆਂ ਦੀਆਂ ਹੱਡੀਆਂ ਅਤੇ ਪੱਥਰ ਵੀ ਮਿਲੇ ਹਨ, ਜਿਨ੍ਹਾਂ ਦੀ ਮਦਦ ਨਾਲ ਇਹ ਆਪਣੀ ਖੁਰਾਕ ਹਜ਼ਮ ਕਰਦੇ ਸਨ। ਇਹ ਪੱਕੀ ਤਰ੍ਹਾਂ ਪਤਾ ਨਹੀਂ ਲੱਗ ਸਕਿਆ ਕਿ ਇਹ ਆਂਡੇ ਦਿੰਦੇ ਸਨ ਜਾਂ ਬੱਚੇ, ਪਰ ਜੇ ਉਹ ਬੱਚੇ ਦਿੰਦੇ ਸਨ ਤਾਂ ਉਹਨਾਂ ਲਈ ਪਾਣੀ ਵਿੱਚੋਂ ਨਿਕਲ ਕੇ ਧਰਤੀ ਤੇ ਆਉਣਾ ਜ਼ਰੂਰੀ ਹੁੰਦਾ ਸੀ। ਮੱਛ ਰੂਪੀ ਕਿਰਲਾ ਹੋਰਨਾਂ ਰੀਂਗਣ ਵਾਲੇ ਜੀਵਾਂ ਨਾਲੋਂ ਇਸ ਮੱਛ ਰੂਪੀ ਕਿਰਲੇ ਬਾਰੇ ਜ਼ਿਆਦਾ ਕੁਝ ਪਤਾ ਲੱਗ ਸਕਿਆ ਹੈ। ਇਹਨਾਂ ਦੀ ਲੰਬਾਈ 2 ਫੁੱਟ ਤੋਂ ਲੈ ਕੇ 40 ਫੁੱਟ ਤੱਕ ਸੀ। ਦੁਨੀਆ ਦੇ ਹਰ ਭਾਗ ਵਿੱਚ ਇਹਨਾਂ ਦੇ ਪਿੰਜਰ ਮਿਲੇ ਹਨ। ਇਹਨਾਂ ਦੇ ਪਿੰਜਰਾਂ ਤੋਂ ਇਸ ਤਰ੍ਹਾਂ ਲੱਗਦਾ ਹੈ ਕਿ ਇਹਨਾਂ ਦੀ ਪਿੱਠ ਉੱਤੇ ਚਾਨਣੇ ਸਨ ਤੇ ਇਹ ਮੱਛੀ ਵਰਗੇ ਦੁਮ ਸੀ। ਇਹ ਪਾਣੀ ਵਿੱਚ ਤਰਨ ਲਈ ਚੱਪੂਆਂ ਦੀ ਥਾਂ ਆਪਣੀ ਲਚਕਦਾਰ ਪੂਛ ਤੋਂ ਕੰਮ ਲੈਂਦੇ ਸਨ। ਇਹਦੇ ਬੱਚੇ ਕੋਈ 7 ਪਤਰਾਏ ਹੋਏ ਪਿੰਜਰ ਇੱਕ ਮਾਂ ਦੇ ਪਿੰਜਰ ਵਿੱਚ ਪਏ ਮਿਲੇ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਵੇਲ ਮੱਛੀ ਵਾਂਗ ਬੱਚੇ ਦਿੰਦੇ ਸਨ। ਇਹ ਮੱਛ ਰੂਪੀ ਜੀਵ ਦੁਨੀਆ ਵਿੱਚ ਕੋਈ 10 ਕਰੋੜ ਸਾਲ ਅਰਥਾਤ ਅੱਜ ਤੋਂ 18 ਤੇ 8 ਕਰੋੜ ਸਾਲ ਪਹਿਲਾਂ ਦੇ ਦਰਮਿਆਨੀ ਸਮੇਂ ਵਿੱਚ ਰਹੇ ਹਨ। ਇਹਨਾਂ ਦੇ ਦੰਦ ਤਿੱਖੇ ਹੁੰਦੇ ਸਨ ਤੇ ਸੋ ਛੋਟੇ ਸਮੁੰਦਰੀ ਜੀਵਾਂ ਨੂੰ ਖਾਂਦੇ ਸਨ। ਪਰਾਂ ਵਾਲਾ ਕਿਰਲਾ ਭਾਵੇਂ ਵੇਖਣ ਤੋਂ ਜਾਪਦਾ ਹੈ ਕਿ ਇਹ ਪੰਛੀ ਸਨ, ਪਰ ਅਸਲ ਵਿੱਚ ਇਹ ਚਮਗਿੱਦੜਾਂ ਦੀ ਸ਼ਕਲ ਵਾਲੇ ਰੀਂਗਣ ਵਾਲੇ ਜੰਤੂ ਸਨ। ਇਹਨਾਂ ਦੇ ਪਰ ਚਮੜੀ ਦੇ ਸਨ, ਜਿਹੜੇ ਇਹਨਾਂ ਦੇ ਹੱਥ ਦੀ ਬਹੁਤ ਹੀ ਵੱਡੀ ਚੌਥੀ ਉਂਗਲ ਤੋਂ ਲੈ ਕੇ ਪਿਛਲੀ ਲੱਤ ਤੱਕ ਫੈਲੇ ਹੋਏ ਹੁੰਦੇ ਸਨ। ਇਹਨਾਂ ਪਰਾਂ ਦੀ ਲੰਬਾਈ 25 ਫੁੱਟ ਤੱਕ ਹੁੰਦੀ ਸੀ। ਇਹਨਾਂ ਦੀਆਂ ਵੱਖਰੀਆਂ ਵੱਖਰੀਆਂ ਕਿਸਮਾਂ ਦੇ 18 ਕਰੋੜ ਸਾਲ ਪੁਰਾਣੇ ਫੋਸਿਲ ਮਿਲੇ ਹਨ। ਪਰਾਂ ਵਾਲੇ ਕਿਰਲੇ ਦੀਆਂ ਬਹੁਤ ਪੁਰਾਣੀਆਂ ਕਿਸਮਾਂ ਦੀਆਂ ਪਤਲੀਆਂ ਪਤਲੀਆਂ ਪੂਛਾਂ ਤੇ ਦੰਦ ਹੁੰਦੇ ਸਨ। ਸ਼ਾਇਦ ਉਹ ਪੰਛੀਆਂ ਵਾਂਗ ਚੰਗੀ ਤਰ੍ਹਾਂ ਉੱਡ ਨਹੀਂ ਸਨ ਸਕਦੇ, ਪਰ ਇੱਕ ਥਾਂ ਤੋਂ ਦੂਜੀ ਥਾਂ ਤੱਕ ਉਡਾਰੀ ਜ਼ਰੂਰ ਮਾਰ ਲੈਂਦੇ ਸਨ। ਇਹਨਾਂ ਦੇ ਕੋਈ 15 ਕਰੋੜ ਸਾਲ ਪੁਰਾਣੇ ਫੋਸਿਲ ਮਿਲੇ ਹਨ। ਦੋ ਪਾਸੇ ਤਿੱਖੀਆਂ ਹੱਡੀਆਂ ਵਾਲਾ ਕਿਰਲਾ ਇਹ ਇੱਕ ਪ੍ਰਕਾਰ ਦੇ ਰੀਂਗਣ ਵਾਲੇ ਜੀਵ ਸਨ ਤੇ ਤਕਰੀਬਨ 9 ਫੁੱਟ ਲੰਮੇ ਸਨ। ਇਹ ਲਗਭਗ 23 ਕਰੋੜ ਸਾਲ ਹੋਏ ਸਾਡੀ ਧਰਤੀ ਤੇ ਰਹਿੰਦੇ ਸਨ। ਇਹ ਬੜੇ ਤਾਕਤਵਰ ਤੇ ਮਾਸ ਖਾਣ ਵਾਲੇ ਜਾਨਵਰ ਸਨ। ਇਹਨਾਂ ਦੀ ਰੀੜ੍ਹ ਦੀ ਹੱਡੀ ਤੇ ਬਹੁਤ ਲੰਮੇ ਲੰਮੇ ਕੰਡੇ ਹੁੰਦੇ ਸਨ, ਜਿਹੜੇ ਇਹਨਾਂ ਦੇ ਜਿਉਂਦੇ ਜੀ ਮਾਸ ਨਾਲ ਢੱਕੇ ਹੋਣ ਕਰਕੇ ਕਿਸ਼ਤੀ ਦੇ ਬਾਦਬਾਨਾਂ ਵਾਂਗ ਲੱਗਦੇ ਸਨ। ਇਹ ਅਮਰੀਕਾ ਵਿੱਚ ਆਮ ਪਾਏ ਜਾਂਦੇ ਸਨ। ਇਹ ਬਹੁਤ ਤੇਜ਼ੀ ਨਾਲ ਤੁਰਦੇ ਸਨ ਤੇ ਜੰਗਲ ਦੇ ਛੋਟੇ ਛੋਟੇ ਜਾਨਵਰ ਇਹਨਾਂ ਪਾਸੋਂ ਬੜਾ ਡਰਦੇ ਸਨ, ਕਿਉਂਕਿ ਇਹ ਉਹਨਾਂ ਨੂੰ ਖਾ ਜਾਂਦੇ ਸਨ। ਪੰਛੀ ਰੂਪੀ ਕਿਰਲਾ ਇਹ ਬਹੁਤ ਹੀ ਪੁਰਾਤਨ ਖੰਭਦਾਰ ਪੰਛੀਆਂ ਵਿੱਚੋਂ ਸੀ। ਇਉਂ ਜਾਪਦਾ ਹੈ ਕਿ ਇਹ ਰੀਂਗਣ ਵਾਲੇ ਜੰਤੂਆਂ ਦੀ ਨਸਲ ਵਿੱਚੋਂ ਸੀ। ਇਹਦੇ ਵੱਡੇ ਵਡੇਰਿਆਂ ਦੀ ਖੱਲੜੀ ਦੇ ਬਾਹਰਲੇ ਛਿਲਕਿਆਂ ਨੇ ਪਰਾਂ ਦੀ ਸ਼ਕਲ ਧਾਰਨ ਕਰ ਲਈ ਤੇ ਵੱਧਦੇ ਵੱਧਦੇ ਵੱਡੇ ਪਰ ਬਣ ਗਏ। ਇਸ ਪੰਛੀ ਦਾ ਸਿਰ ਕਿਰਲੇ ਵਾਂਗ ਸੀ ਤੇ ਇਹਦੇ ਮੂੰਹ ਵਿੱਚ ਦੰਦ ਵੀ ਸਨ। ਇਹਦੀਆਂ 3 ਉਂਗਲਾਂ ਨੌਂਦਰਾਂ ਦੇ ਰੂਪ ਵਿੱਚ ਬਣ ਗਈਆਂ ਤੇ ਖੰਭਾਂ ਤੋਂ ਅਲੱਗ ਹੋ ਗਈਆਂ। ਇਹਦੀ ਲੰਮੀ ਹੱਡੀਦਾਰ ਪੂਛ ਵਿੱਚ 2 ਪਰ ਸਨ, ਜਿਹੜੇ ਇਸ ਦੀ ਹੱਡੀ ਦੇ ਦੋਹਾਂ ਜੋੜਾਂ ਵਿੱਚੋਂ ਨਿਕਲਦੇ ਸਨ। ਇਸ ਦੇ ਮੁਕਾਬਲੇ ਵਿੱਚ ਅੱਜ ਕੱਲ੍ਹ ਦੇ ਪੰਛੀਆਂ ਦੀ ਪੂਛ ਦੇ ਪਰ ਪੂਛ ਲਾਗੇ ਇੱਕ ਛੋਟੀ ਜਿਹੀ ਪੂਛਲ ਹੱਡੀ ਵਿੱਚੋਂ ਨਿਕਲਦੇ ਹਨ। ਅੱਜ ਕੱਲ੍ਹ ਦੇ ਪੰਛੀਆਂ ਦੇ ਤੇ ਉਡਾਰੂ ਕਿਰਲਿਆਂ ਦੇ ਮੁਕਾਬਲੇ ਵਿੱਚ ਇਹਦੀਆਂ ਹੱਡੀਆਂ ਨਾਲੀਦਾਰ ਨਹੀਂ ਸਨ ਹੁੰਦੀਆਂ। ਇਹਦਾ ਕੱਦ ਕਬੂਤਰ ਜਿੱਡਾ ਸੀ ਤੇ ਇਹ ਜ਼ਰੂਰ ਪਰਾਂ ਨਾਲ ਢੱਕੇ ਹੋਏ ਕਿਰਲੇ ਵਰਗਾ ਲੱਗਦਾ ਹੋਣਾ। ਇਸ ਪੰਛੀ ਰੂਪੀ ਕਿਰਲੇ ਦੀਆਂ ਕਈ ਕਿਸਮਾਂ ਦੇ ਪਿੰਜਰ ਜਰਮਨੀ ਵਿੱਚ ਸੰਭਾਲ ਕੇ ਰੱਖੇ ਹੋਏ ਹਨ। ਇਕਾਂਤ ਪਸੰਦ ਕਬੂਤਰ ਅਸਲ ਵਿੱਚ ਹਰ ਕਿਸਮ ਦੇ ਜੀਵ ਜੰਤੂ ਝੁੰਡਾਂ ਵਿੱਚ ਰਹਿਣਾ ਪਸੰਦ ਕਰਦੇ ਹਨ। ਇਸ ਕਰਕੇ ਉਹ ਆਪਣੇ ਆਲੇ ਦੁਆਲੇ ਦੇ ਖਤਰਿਆਂ ਤੋਂ ਬਚੇ ਰਹਿੰਦੇ ਹਨ। ਜਿਹੜਾ ਵੀ ਜੀਵ ਝੁੰਡ ਵਿੱਚ ਰਹਿਣ ਦੀ ਆਦਤ ਛੱਡ ਦੇਵੇ, ਉਹ ਸਹਿਲ ਹੀ ਆਪਣੇ ਦੁਸ਼ਮਣਾਂ ਦਾ ਸ਼ਿਕਾਰ ਹੋ ਜਾਂਦਾ ਹੈ। ਇਹੋ ਹੀ ਹਾਲਤ ਇਸ ਇਕਾਂਤ ਪਸੰਦ ਕਬੂਤਰ ਦੀ ਹੋਈ। ਇਹ ਟੋਲਿਆਂ ਵਿੱਚ ਰਹਿਣ ਦੀ ਥਾਂ ਇੱਕ ਦੂਜੇ ਤੋਂ ਦੂਰ ਰਹਿੰਦੇ ਸਨ। ਇਸ ਕਰਕੇ ਲੂੰਮੜੀ, ਬਘਿਆੜ ਤੇ ਇਸ ਕਿਸਮ ਦੇ ਹੋਰ ਮਾਸ ਖਾਣ ਵਾਲਿਆਂ ਜਾਨਵਰਾਂ ਦਾ ਸ਼ਿਕਾਰ ਹੋ ਗਿਆ ਤੇ ਦੁਨੀਆ ਤੋਂ ਸਦਾ ਲਈ ਇਸ ਦਾ ਨਾਂ ਨਿਸ਼ਾਨ ਮਿਟ ਗਿਆ। ਡੋਡੋ ਇਹ ਹਿੰਦ ਮਹਾਸਾਗਰ ਦੇ ਨਿੱਕੇ ਜਿਹੇ ਟਾਪੂ ਮੌਰੀਸ਼ੀਅਸ ਵਿੱਚ ਰਹਿੰਦਾ ਸੀ। ਇਹ ਬੜੇ ਵੱਡੇ ਆਕਾਰ ਦਾ ਪਰ ਬਹੁਤ ਢਿੱਲੜ ਜਿਹਾ ਪੰਛੀ ਸੀ। ਹੋ ਸਕਦਾ ਹੈ ਕਿ ਧਰਤੀ ਦੇ ਰਹਿਣ ਵਾਲੇ ਕੁੱਕੜ ਵਰਗੇ ਹੋਰ ਪੰਛੀਆਂ ਵਾਂਗ ਇਹਦੇ ਵੱਡ ਵਡੇਰੇ ਵੀ ਉੱਡ ਸਕਦੇ ਹੋਣ, ਪਰ ਇਹਨਾਂ ਨੇ ਹੌਲੀ ਹੌਲੀ ਆਪਣੇ ਖੰਭਾਂ ਤੋਂ ਕੰਬ ਲੈਣਾ ਛੱਡ ਦਿੱਤਾ, ਕਿਉਂਕਿ ਇਹਨਾਂ ਦੀ ਹੋਂਦ ਨੂੰ ਮਿਟਾਉਣ ਵਾਲੇ ਉਹਨਾਂ ਦੇ ਕੋਈ ਵੈਰੀ ਨਹੀਂ ਸਨ ਤੇ ਇਹਨਾਂ ਨੂੰ ਜ਼ਮੀਨ ਤੇ ਹੀ ਖਾਣ ਪੀਣ ਨੂੰ ਕਾਫੀ ਕੁਝ ਮਿਲ ਜਾਂਦਾ ਸੀ।
1598 ਵਿੱਚ ਵਲੇਂਦਾਜ਼ਾ ਨੇ ਇਸ ਟਾਪੂ ਤੇ ਕਬਜ਼ਾ ਕਰ ਲਿਆ ਕਿਉਂਕਿ ਡੋਡੋ ਨੂੰ ਫੜਨਾ ਤੇ ਮਾਰਨਾ ਸੌਖਾ ਸੀ। ਇਸ ਲਈ ਉਹਨਾਂ ਨੇ ਇਸ ਨੂੰ ਮਾਰ ਕੇ ਖਾਂਦੇ ਰਹੇ। ਇਹਦਾ ਸਰੀਰ ਧੌਣ ਤੋਂ ਥੱਲੇ ਬੜਾ ਮੋਟਾ ਹੁੰਦਾ ਸੀ, ਇਸੇ ਕਾਰਨ ਇਸ ਦੀ ਚਾਲ ਬੜੀ ਸੁਸਤ ਸੀ। ਇਹਦਾ ਭਾਰ 25 ਸੇਰ ਦੇ ਲਗਭਗ ਹੁੰਦਾ ਸੀ। ਜੇ ਇਹਦੀ ਤਸਵੀਰ ਵੇਖੀਏ ਤਾਂ ਬੜਾ ਉਦਾਸ ਚਿੱਤ ਮਾਲੂਮ ਹੁੰਦਾ ਹੈ, ਸ਼ਾਇਦ ਇਸ ਲਈ ਕਿ ਕੁਦਰਤ ਨੇ ਇਸ ਦੇ ਵੱਡੇ ਸਾਰੇ ਸਰੀਰ ਨਾਲ ਛੋਟੇ ਛੋਟੇ ਪਰ ਲਾ ਕੇ ਇਸ ਨਾਲ ਬੇਇਨਸਾਫੀ ਕੀਤੀ ਹੈ। ਇਸ ਦੀ ਹਸਤੀ 1697 ਵਿੱਚ ਦੁਨੀਆ ਤੋਂ ਸਦਾ ਲਈ ਖਤਮ ਹੋ ਗਈ। ਦੈਂਤਾਕਾਰ ਸ਼ੁਤਰਮੁਰਗ 1839 ਵਿੱਚ ਪਹਿਲਾ ਪੈਰ ਨਿਊਜ਼ੀਲੈਂਡ ਵਿੱਚੋਂ ਇੱਕ ਲੰਮੀ ਸਾਰੀ ਹੱਡੀ ਲੱਭੀ। ਸਾਇੰਸਦਾਨਾਂ ਨੇ ਇਸ ਬਾਰੇ ਚੰਗੀ ਤਰ੍ਹਾਂ ਸੋਚ ਵਿਚਾਰ ਪਿੱਛੋਂ ਦੱਸਿਆ ਕਿ ਇਹ ਹੱਡੀ ਕਿਸੇ ਉੱਡ ਸਕਣ ਵਾਲੇ ਪੰਛੀ ਦੀ ਹੈ ਜਿਹੜਾ ਸ਼ੁਤਰਮੁਰਗ ਕੋਲੋਂ ਕਈ ਗੁਣਾ ਵੱਡਾ ਹੋਣਾ ਹੈ। ਇਸ ਖੋਜ ਤੋਂ ਬਾਅਦ ਕਾਫੀ ਸਮੇਂ ਤੱਕ ਇਸ ਪੰਛੀ ਦੀਆਂ ਹੋਰ ਹੱਡੀਆਂ ਦੀ ਭਾਲ ਹੁੰਦੀ ਰਹੀ। ਹੁਣ ਇਹਨਾਂ ਪੰਛੀਆਂ ਦੇ ਸਬੂਤ ਪਿੰਜਰ ਅਤੇ ਪਰਾਂ ਸਮੇਤ ਖੱਲਾਂ ਮਿਲੀਆਂ ਹਨ। ਕੁਝ ਪਿੰਜਰ 10 ਫੁੱਟ ਤੋਂ ਵੀ ਉੱਚੇ ਹਨ। ਇਹ ਪਹਿਲੋਂ ਪੋਲੀਨੀਸੀਅਨ ਟਾਪੂਆਂ ਵਿੱਚ ਰਹਿੰਦੇ ਸਨ ਤੇ ਅੱਜ ਤੋਂ 600 ਸਾਲ ਪਹਿਲਾਂ ਇਹ ਨਿਊਜ਼ੀਲੈਂਡ ਆਏ। 17ਵੀਂ ਸਦੀ ਦੇ ਅੰਤ ਤੱਕ ਨਿਊਜ਼ੀਲੈਂਡ ਦੇ ਲੋਕਾਂ ਨੇ ਸ਼ਿਕਾਰ ਕਰ ਕਰਕੇ ਇਹਨਾਂ ਨੂੰ ਬਿਲਕੁਲ ਮੁਕਾ ਦਿੱਤਾ। ਰੁੱਖ ਇਸ ਉੱਡਣ ਵਾਲੇ ਦੈਂਤਕਾਰੀ ਪੰਛੀ ਦਾ ਪੁਰਾਣੀਆਂ ਕਹਾਣੀਆਂ, ਖਾਸ ਕਰਕੇ ਅਰਬ ਦੇਸ਼ ਦੀ ਮਸ਼ਹੂਰ ਕਹਾਣੀ ਸਿੰਦਬਾਦ ਦੇ ਸਫ਼ਰ ਵਿੱਚ ਬਹੁਤ ਥਾਂ ਜ਼ਿਕਰ ਆਉਂਦਾ ਹੈ। ਇਸ ਪੰਛੀ ਨੂੰ ਹਾਥੀ ਰੂਪੀ ਪੰਛੀ ਵੀ ਆਖਦੇ ਸਨ। ਇਸ ਬਾਰੇ ਇਹ ਮਸ਼ਹੂਰ ਸੀ ਕਿ ਇਹ ਇਤਨਾ ਵੱਡਾ ਹੁੰਦਾ ਹੈ ਕਿ ਹਾਥੀ ਨੂੰ ਵੀ ਚੁੱਕ ਕੇ ਲੈ ਜਾ ਸਕਦਾ ਸੀ। ਇਸ ਦੇ ਅੰਡੇ ਵੀ ਵੱਡੇ ਵੱਡੇ ਹੁੰਦੇ ਸਨ। ਇਸ ਦੇ ਪੰਜੇ ਬੜੇ ਜ਼ਬਰਦਸਤ ਹਨ, ਜਿਨ੍ਹਾਂ ਨਾਲ ਇਹ ਬਾਜ ਵਾਂਗ ਝਪਟ ਕੇ ਆਪਣੇ ਤੋਂ ਵੀ ਵੱਡੀ ਚੀਜ਼ ਨੂੰ ਫੜ ਲੈਂਦਾ ਸੀ। ਇਹ ਬਿਆਬਾਨ ਟਾਪੂਆਂ ਵਿੱਚ ਰਹਿੰਦਾ ਸੀ ਤੇ ਉੱਥੇ ਕਿਸੇ ਚਟਾਨ ਦੀ ਲੁਕਵੀਂ ਥਾਂ ਵਿੱਚ ਆਂਡੇ ਦਿੰਦਾ ਸੀ। ਇਹਦਾ ਵੀ ਦੁਨੀਆ ਵਿੱਚੋਂ ਨਾਂ ਨਿਸ਼ਾਨ ਮਿਟ ਚੁੱਕਾ ਹੈ। ਇਹ ਜ਼ਿਆਦਾ ਫਾਰਸ ਦੀ ਖਾੜੀ ਦੇ ਟਾਪੂਆਂ ਵਿੱਚ ਪਾਇਆ ਜਾਂਦਾ ਸੀ। ਦੰਦਾਂ ਵਾਲਾ ਕਬੂਤਰ ਇਹ ਕਬੂਤਰ ਪਹਿਲਾਂ ਧਰਤੀ ਤੇ ਰਹਿੰਦਾ ਸੀ ਤੇ ਧਰਤੀ ਤੇ ਹੀ ਆਪਣਾ ਆਲ੍ਹਣਾ ਬਣਾ ਕੇ ਉਸ ਵਿੱਚ ਆਂਡੇ ਦਿੰਦਾ ਸੀ, ਪਰ ਜੰਗਲੀ ਸੂਰਾਂ ਤੇ ਕੁੱਤਿਆਂ ਨੇ ਇਹਦੇ ਆਂਡੇ ਖਾ ਕੇ ਇਹਦੀ ਦੁਨੀਆ ਵਿੱਚੋਂ ਹਸਤੀ ਮਿਟਾਉਣ ਦਾ ਯਤਨ ਕੀਤਾ। ਆਪਣੀ ਹੋਂਦ ਨੂੰ ਖਤਮ ਹੁੰਦਿਆਂ ਵੇਖ ਕੇ ਇਹਨੂੰ ਆਪਣੇ ਬਚਾਅ ਦਾ ਢੰਗ ਸੁੱਝ ਗਿਆ। ਜ਼ਮੀਨ ਦੀ ਥਾਂ ਇਹਨੇ ਆਲ੍ਹਣਾ ਦਰਖਤ ਦੀਆਂ ਉੱਚੀਆਂ ਸ਼ਾਖਾਂ ਤੇ ਬਣਾਉਣਾ ਸ਼ੁਰੂ ਕਰ ਦਿੱਤਾ ਤੇ ਇਸ ਤਰ੍ਹਾਂ ਨਸ਼ਟ ਹੋਣ ਤੋਂ ਬਚ ਗਿਆ। ਜੋ ਜਾਨਵਰ ਜਾਂ ਪੰਛੀ ਆਪਣੇ ਆਲੇ ਦੁਆਲੇ ਦੇ ਦੁਸ਼ਮਣਾਂ ਦਾ ਸਾਹਮਣਾ ਨਹੀਂ ਕਰ ਸਕਦੇ, ਉਹ ਸਦਾ ਲਈ ਖਤਮ ਹੋ ਜਾਂਦੇ ਹਨ। ਇਹ ਪੰਛੀ ਅੱਜ ਕੱਲ੍ਹ ਸ਼ਾਂਤ ਮਹਾਸਾਗਰ ਦੇ ਸੇਮੋਆ ਨਾਮੀ ਟਾਪੂ ਵਿੱਚ ਹੁੰਦਾ ਹੈ। ਬਨਸਪਤੀ ਤੇ ਪਲਣ ਵਾਲਾ ਦੈਂਤਾਕਾਰ ਕਿਰਲਾ ਬਨਸਪਤੀ ਤੇ ਪਲਣ ਵਾਲੇ ਡਾਇਨਾਸੌਰ ਦਾ ਅੱਧ ਪੁੱਜਦਾ ਪਿੰਜਰ ਅਮਰੀਕਾ ਤੇ ਪੂਰਬੀ ਅਫਰੀਕਾ ਵਿੱਚ ਮਿਲਿਆ ਹੈ। ਇਸ ਦਾ ਭਾਰ ਕੋਈ 50 ਟਨ ਹੋਵੇਗਾ। ਇਹ ਉਚਾਈ ਵਿੱਚ ਕੋਈ 30 ਫੁੱਟ ਦੇ ਲਗਭਗ ਤੇ ਸਿਰ ਤੋਂ ਲੈ ਕੇ ਪੂਛ ਤੱਕ ਕੋਈ 60 ਫੁੱਟ ਲੰਮਾ ਹੋਵੇਗਾ। ਇਸ ਦੀ ਬਾਂਹ ਦੀ ਹੱਡੀ 7 ਫੁੱਟ ਲੰਮੀ ਸੀ ਤੇ ਇਸ ਦੀਆਂ ਛਾਤੀ ਦੀਆਂ ਹੱਡੀਆਂ ਕੋਈ 9 ਫੁੱਟ ਲੰਮੀਆਂ ਸਨ। ਚਿੱਤਰ ਵਿੱਚ ਇਸ ਦੇ ਨਾਲ ਹੀ ਸ਼ੁਤਰਮੁਰਗ ਰੂਪੀ ਕਿਰਲਾ ਹੈ। ਇਹ ਕਿਰਲੇ ਕੋਈ 5 ਫੁੱਟ ਉੱਚੇ ਸਨ। ਇਹ ਆਪਣੀਆਂ ਪਤਲੀਆਂ ਪਤਲੀਆਂ ਲੱਤਾਂ ਤੇ ਬਹੁਤ ਤੇਜ਼ ਭੱਜ ਸਕਦੇ ਸਨ, ਪਰ ਉਹ ਕਿਸ ਤਰ੍ਹਾਂ ਰਹਿੰਦੇ ਸਨ ਇਸ ਬਾਰੇ ਪਤਾ ਨਹੀਂ ਲੱਗ ਸਕਿਆ। ਇਹਨਾਂ ਦੇ ਜਬਾੜੇ ਬਹੁਤ ਛੋਟੇ ਤੇ ਕਮਜ਼ੋਰ ਸਨ ਤੇ ਉਹਨਾਂ ਵਿੱਚ ਦੰਦ ਨਹੀਂ ਸਨ ਹੁੰਦੇ। ਇਹਨਾਂ ਦੇ ਮੂੰਹ ਤੇ ਬਾਜ ਦੀ ਚੁੰਝ ਵਾਂਗ ਇੱਕ ਮੁੜੀ ਹੋਈ ਚੁੰਝ ਹੁੰਦੀ ਸੀ। ਇਉਂ ਜਾਪਦਾ ਹੈ ਕਿ ਇਹ ਦੂਸਰੇ ਦੈਂਤਾਕਾਰ ਕਿਰਲਿਆਂ ਦੇ ਆਂਡਿਆਂ ਨੂੰ ਖਾਂਦੇ ਸਨ। ਇਸ ਗੱਲ ਦਾ ਸਬੂਤ ਇਹ ਹੈ ਕਿ ਇੱਕ ਦੈਂਤਾਕਾਰ ਕਿਰਲੇ ਦੇ ਬਹੁਤ ਸਾਰੇ ਆਲ੍ਹਣਿਆਂ ਵਿੱਚ ਇਸ ਸ਼ੁਤਰਮੁਰਗ ਰੂਪੀ ਕਿਰਲੇ ਦੀ ਫਿਸੀ ਹੋਈ ਖੋਪਰੀ ਲੱਭੀ ਹੈ। ਸ਼ਾਇਦ ਕਿਸੇ ਦੈਂਤਾਕਾਰ ਕਿਰਲੇ ਨੇ ਇਹਨਾਂ ਨੂੰ ਉਹਦੇ ਆਂਡੇ ਚੁਰਾਂਦਾ ਵੇਖ ਕੇ ਗੁੱਸੇ ਵਿੱਚ ਉੱਥੇ ਹੀ ਇਹਨਾਂ ਦਾ ਸਫਾਇਆ ਕਰ ਦਿੱਤਾ ਹੋਵੇ। ਸਮੁੰਦਰੀ ਬੂਟਿਆਂ ਤੇ ਪਲਣ ਵਾਲਾ ਦੈਂਤਾਕਾਰ ਕਿਰਲਾ ਇਹ ਬਨਸਪਤੀ ਤੇ ਪਲਣ ਵਾਲਾ ਦੈਂਤਾਕਾਰ ਕਿਰਲਾ 85 ਫੁੱਟ ਲੰਮਾ ਤੇ 16 ਫੁੱਟ ਉੱਚਾ ਸੀ। ਇਹਦੇ ਫੋਸਿਲ ਅਮਰੀਕਾ ਵਿੱਚ ਮਿਲੇ ਹਨ। ਇਹਦੇ ਦੰਦ ਬੜੇ ਕਮਜ਼ੋਰ ਤੇ ਕੰਘੀ ਦੇ ਦੰਦਿਆਂ ਵਾਂਗ ਹੁੰਦੇ ਸਨ। ਇਹ ਸ਼ਾਇਦ ਪਾਣੀ ਦੀ ਨਰਮ ਬਨਸਪਤੀ ਤੇ ਪਲਦਾ ਸੀ। ਇਸ ਦੀ ਸਿਰਫ ਇੱਕੋ ਹੀ ਨਾਸ ਹੁੰਦੀ ਸੀ ਜਿਹੜੀ ਇਸ ਦੇ ਸਿਰ ਦੇ ਉੱਪਰ ਵੱਲ ਹੁੰਦੀ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਇਹ ਬਹੁਤ ਸਾਰਾ ਸਮਾਂ ਪੂਰੀ ਤਰ੍ਹਾਂ ਪਾਣੀ ਵਿੱਚ ਰਹਿ ਕੇ ਗੁਜ਼ਾਰਦਾ ਸੀ। ਅੱਜ ਕੱਲ੍ਹ ਦੇ ਵੱਡੇ ਕਿਰਲੇ ਮਗਰਮੱਛ ਦੇ ਮੁਕਾਬਲੇ ਵਿੱਚ ਇਹਨਾਂ ਦੇ ਦਿਮਾਗ ਬਹੁਤ ਛੋਟੇ ਹੁੰਦੇ ਸਨ। ਸ਼ਾਇਦ ਇਸੇ ਕਾਰਨ ਹੀ ਅੱਜ ਤੋਂ ਕਰੋੜਾਂ ਸਾਲ ਪਹਿਲਾਂ ਖਤਮ ਹੋ ਗਏ ਸਨ। ਜਦੋਂ ਧਰਤੀ ਦਾ ਤਾਪਮਾਨ ਘੱਟ ਹੋ ਗਿਆ ਤਾਂ ਧਰਤੀ ਦੀ ਸਤ੍ਹਾ ਤੇ ਵੀ ਕਾਫੀ ਤਬਦੀਲੀਆਂ ਆਈਆਂ। ਕਈ ਦਲਦਲੀ ਇਲਾਕੇ ਖੁਸ਼ਕ ਹੋ ਗਏ ਤੇ ਪਾਣੀ ਵਾਲੇ ਬੂਟੇ ਵੀ ਸੁੱਕ ਸੜ ਗਏ। ਛੋਟੇ ਦਿਮਾਗਾਂ ਕਰਕੇ ਸਮੁੰਦਰੀ ਬੂਟਿਆਂ ਤੇ ਪਲਣ ਵਾਲੇ ਦੈਂਤਾਕਾਰ ਕਿਰਲੇ ਆਪਣੇ ਆਪ ਨੂੰ ਨਵੀਆਂ ਹਾਲਾਤਾਂ ਅਨੁਸਾਰ ਨਾ ਢਾਲ ਸਕੇ। ਛੋਟੇ ਛੋਟੇ ਦੁੱਧ ਚੁੰਘਾਉਣ ਵਾਲੇ ਜੰਤੂ ਜਿਹੜੇ ਉਹਨਾਂ ਦੇ ਸਮਕਾਲੀ ਸਨ ਬਚ ਗਏ ਤੇ ਉਹਨਾਂ ਦੀਆਂ ਨਸਲਾਂ ਆਉਣ ਵਾਲੇ ਜੰਤੂਆਂ ਤੇ ਛਾ ਗਈਆਂ। ਪਰ ਦੈਂਤਾਕਾਰ ਕਿਰਲੇ ਖਤਮ ਹੋ ਗਏ ਤੇ ਇਹਨਾਂ ਦਾ ਨਾਂ ਨਿਸ਼ਾਨ ਮਿਟ ਗਿਆ। ਜ਼ਾਲਮ ਕਿਰਲਾ ਡਾਇਨਾਸੌਰ ਜਾਂ ਦੈਂਤਾਕਾਰ ਕਿਰਲੇ ਮਾਸਾਹਾਰੀ ਸਨ ਤੇ ਬਨਸਪਤੀ ਖਾਣ ਵਾਲੇ ਕਿਰਲਿਆਂ ਦਾ ਸ਼ਿਕਾਰ ਕਰਦੇ ਸਨ। ਇਸ ਕਿਸਮ ਦੇ ਸਭ ਕਿਰਲਿਆਂ ਵਿੱਚ ਜ਼ਾਲਮ ਕਿਰਲਾ ਸਭ ਤੋਂ ਵੱਡਾ ਸੀ। ਇਹ 47 ਫੁੱਟ ਲੰਮਾ ਸੀ ਤੇ ਜ਼ਮੀਨ ਤੋਂ 19 ਫੁੱਟ ਉੱਚਾ ਸੀ। ਇਹ ਆਪਣੀਆਂ ਪਿਛਲੀਆਂ ਮਜ਼ਬੂਤ ਲੱਤਾਂ ਤੇ ਤੁਰਦਾ ਸੀ।
ਇਹਦੇ ਹੱਥ ਬੜੇ ਛੋਟੇ ਛੋਟੇ ਸਨ ਜੋ ਸ਼ਾਇਦ ਚੀਜ਼ਾਂ ਨੂੰ ਫੜਨ ਦੇ ਕੰਮ ਆਉਂਦੇ ਸਨ। ਇਹਦੇ 15 ਕਰੋੜ ਸਾਲ ਪੁਰਾਣੇ ਫੋਸਿਲ ਅਮਰੀਕਾ ਵਿੱਚ ਮਿਲੇ ਹਨ। ਐਸੇ ਕਿਸਮ ਦੇ ਇੱਕ ਹੋਰ ਛੋਟੇ ਮਾਸ ਖਾਣ ਵਾਲੇ ਕਿਰਲੇ ਤੇ ਨੱਕ ਤੇ ਇੱਕ ਸਿੰਗ ਹੁੰਦਾ ਸੀ। ਜ਼ਾਲਮ ਕਿਰਲੇ ਦੇ ਪੈਰਾਂ ਸਾਹਮਣੇ ਇੱਕ ਬੌਣੇ ਜਿਹੇ ਕਿਰਲੇ ਦੀ ਤਸਵੀਰ ਹੈ। ਇਹ ਬਹੁਤ ਛੋਟਾ ਤੇ ਲੰਬਾਈ ਵਿੱਚ ਸਿਰਫ 2.5 ਫੁੱਟ ਸੀ। ਇਹ ਕਾਫੀ ਤੇਜ਼ ਭੱਜ ਸਕਦਾ ਸੀ। ਇਹ ਸ਼ਾਇਦ ਪੰਛੀ ਰੂਪੀ ਕਿਰਲਿਆਂ ਦਾ ਸ਼ਿਕਾਰ ਕਰਦਾ ਹੁੰਦਾ ਸੀ ਕਿਉਂਕਿ ਇਹਨਾਂ ਦੀਆਂ ਪਥਰਾਈਆਂ ਹੋਈਆਂ ਹੱਡੀਆਂ ਇਸ ਦੇ ਪਿੰਜਰ ਲਾਗੇ ਜਰਮਨੀ ਵਿੱਚ ਮਿਲੀਆਂ ਹਨ। ਕੱਛੂ ਰੂਪੀ ਦੈਂਤਕਾਰ ਜੰਤੂ। ਇਹ ਜੰਤੂ ਬੜਾ ਢਿੱਲੜ ਤੇ ਸੁਸਤ ਸੀ। ਇਹ ਕੱਛੂ ਕੁੰਮੇ ਵਾਂਗ ਬਹੁਤ ਹੌਲੀ ਹੌਲੀ ਤੁਰਦਾ ਸੀ। ਇਹਦੀ ਪੂਛ, ਪਿੱਠ ਤੇ ਸਿਰ ਤੇ ਪੁਰਾਣੇ ਯੋਧਿਆਂ ਦੀ ਸੰਜੋ ਵਾਂਗ ਇੱਕ ਮਜ਼ਬੂਤ ਤੇ ਖੁਰਦਰੀ ਜਿਹੀ ਹੱਡੀ ਹੁੰਦੀ ਸੀ ਜੋ ਇਹਨੂੰ ਮਾਸਾਹਾਰੀ ਜਾਨਵਰਾਂ ਤੋਂ ਬਚਾਉਂਦੀ ਸੀ। ਇਹ ਘਾਹ ਤੇ ਹਰੀ ਹਰੀ ਪੱਤੀਆਂ ਖਾ ਕੇ ਗੁਜ਼ਾਰਾ ਕਰਦਾ ਸੀ। ਇਹ 12 ਫੁੱਟ ਲੰਮਾ ਤੇ 5 ਫੁੱਟ ਉੱਚਾ ਸੀ। ਇਹ ਵੀ ਦੱਖਣੀ ਅਮਰੀਕਾ ਵਿੱਚ ਹੁੰਦਾ ਸੀ ਤੇ ਅੱਜ ਤੋਂ 2 ਕਰੋੜ ਸਾਲ ਪਹਿਲਾਂ ਸਾਡੀ ਧਰਤੀ ਤੇ ਵਸਦਾ ਸੀ। ਸੁਸਤ ਸੁਭਾਅ ਕਿਰਲਾ। ਇਹ ਦੈਂਤਕਾਰ ਜੰਤੂ 12 ਫੁੱਟ ਉੱਚਾ ਹੁੰਦਾ ਸੀ ਤੇ ਜਦ ਇਹ ਆਪਣੀਆਂ ਪਿਛਲੀਆਂ ਲੱਤਾਂ ਭਾਰ ਬੈਠ ਜਾਂਦਾ ਸੀ ਤਾਂ ਇਹਦਾ ਕੱਦ 20 ਫੁੱਟ ਤੱਕ ਹੁੰਦਾ ਸੀ। ਇਹ ਜ਼ਰੂਰ ਅਗਲੇ ਪੈਰਾਂ ਦੇ ਭਾਰ ਤੁਰਦਾ ਹੋਣਾ ਹੈ ਕਿਉਂਕਿ ਇਹਦੀਆਂ ਗਿੱਟੇ ਦੀਆਂ ਹੱਡੀਆਂ ਬਣੀਆਂ ਹੀ ਇਸ ਤਰ੍ਹਾਂ ਸਨ ਕਿ ਇਹਦੇ ਪੈਰਾਂ ਦਾ ਤਲਾ ਜ਼ਮੀਨ ਤੇ ਰੱਖਿਆ ਹੀ ਨਹੀਂ ਸੀ ਜਾ ਸਕਦਾ। ਇਹਦੀ ਜ਼ੁਬਾਨ ਬੜੀ ਲੰਮੀ ਸੀ ਤੇ ਪੱਤੇ ਅਤੇ ਕੂਲੀਆਂ ਕੂਲੀਆਂ ਟਾਹਣੀਆਂ ਖਾਣ ਦਾ ਸ਼ੌਕੀਨ ਸੀ। ਪਿਛਲੀ ਸਦੀ ਦੇ ਅੰਤ ਤੇ ਦੱਖਣੀ ਅਮਰੀਕਾ ਵਿੱਚ ਪੈਂਟੇਗੋਨੀਆ ਦੀਆਂ ਗੁਫਾਵਾਂ ਵਿੱਚ ਇਹਦੀ ਪੀਲੇ ਜਿਹੇ ਵਾਲਾਂ ਵਾਲੀ ਖੱਲ ਦੇ ਕੁਝ ਟੁਕੜੇ, ਹੱਡੀਆਂ ਤੇ ਇਹਨਾਂ ਦਾ ਗੋਇਆ ਮਿਲਿਆ ਹੈ। ਇਸ ਨਾਲ ਹੀ ਮਨੁੱਖੀ ਹੱਡੀਆਂ ਤੇ ਘਾਹ ਦੀਆਂ ਪੰਡਾਂ ਸਨ। ਇਉਂ ਲੱਗਦਾ ਹੈ ਕਿ ਕਿਸੇ ਮਨੁੱਖ ਨੇ ਇਹ ਘਾਹ ਉਹਨਾਂ ਜੰਤੂਆਂ ਨੂੰ ਪਾਉਣ ਲਈ ਕੱਟਿਆ ਸੀ। ਦੈਂਤਕਾਰ ਮਿਰਗ। ਇਹ ਯੂਰਪ ਵਿੱਚ ਅੱਜ ਤੋਂ 1 ਕਰੋੜ 20 ਲੱਖ ਸਾਲ ਪਹਿਲਾਂ ਹੋਇਆ ਹੈ ਪਰ ਆਇਰਲੈਂਡ ਵਿੱਚ ਕਾਫੀ ਸਮਾਂ ਬਾਅਦ ਵਿੱਚ ਵੀ ਰਿਹਾ। ਇਹਦੇ ਸਿੰਗ ਆਰ ਪਾਰ 9 ਫੁੱਟ ਤੱਕ ਹੁੰਦੇ ਸਨ ਤੇ ਇਹਨਾਂ ਸਿੰਗਾਂ ਦਾ ਭਾਰ ਲਗਭਗ ਬਾਕੀ ਸਾਰੇ ਪਿੰਜਰ ਦੇ ਭਾਰ ਦੇ ਬਰਾਬਰ ਹੀ ਹੁੰਦਾ ਸੀ। ਇਸੇ ਤਰ੍ਹਾਂ ਦੈਂਤਕਾਰ ਬਲਦਰੂ ਯੂਰਪ ਵਿੱਚ ਰੋਮਨ ਸਾਮਰਾਜ ਦੇ ਸਮੇਂ ਤੱਕ ਮੌਜੂਦ ਸੀ। ਇਹਨਾਂ ਵਿੱਚੋਂ ਕਈ ਇੱਕ ਮੋਢਿਆਂ ਤੱਕ 7 ਫੁੱਟ ਤੱਕ ਉੱਚੇ ਹੁੰਦੇ ਸਨ। ਰੋਮਨ ਜਰਨੈਲ ਜੂਲੀਅਸ ਸੀਜ਼ਰ ਇੱਕ ਬਲਦ ਦਾ ਜ਼ਿਕਰ ਕਰਦਾ ਹੈ ਜਿਹੜਾ ਹਾਥੀ ਜਿੱਡੇ ਕੱਦ ਦਾ ਸੀ। ਇਹਨਾਂ ਦੀ ਅੰਤਲੀ ਪੀੜ੍ਹੀ ਪੋਲੈਂਡ ਦੀ ਰਾਜਧਾਨੀ ਵਾਰਸਾ ਲੱਗੇ 1627 ਵਿੱਚ ਖਤਮ ਹੋ ਗਈ। ਜੱਤ ਵਾਲਾ 3 ਸਿੰਗਾ ਗੈਂਡਾ। ਪੂਰਵ ਇਤਿਹਾਸਿਕ ਗੈਂਡਿਆਂ ਵਿੱਚੋਂ ਅਸੀਂ ਇਸ ਬਾਰੇ ਜ਼ਿਆਦਾ ਕੁਝ ਜਾਣਦੇ ਹਾਂ। ਜਿਸ ਸਮੇਂ ਇਹ ਹੋਂਦ ਵਿੱਚ ਸੀ ਉਦੋਂ ਧਰਤੀ ਤੇ ਸਖਤ ਸਰਦੀ ਪੈਂਦੀ ਸੀ। ਇਸ ਲਈ ਕੁਦਰਤ ਨੇ ਇਹਨੂੰ ਸਰਦੀ ਤੋਂ ਬਚਣ ਲਈ ਜੱਤ ਦਿੱਤੀ ਹੋਈ ਸੀ ਜਿਹੜੀ ਭੇਡ ਦੀ ਉੱਨ ਵਾਂਗ ਨਹੀਂ ਬਲਕਿ ਸੰਘਣੇ ਵਾਲਾਂ ਵਾਂਗ ਸੀ। ਇਹਦੀਆਂ ਟੁੱਟੀਆਂ ਫੁੱਟੀਆਂ ਤੇ ਭੁਰੀਆਂ ਹੋਈਆਂ ਹੱਡੀਆਂ ਲੰਡਨ ਦੇ ਲਾਗੇ ਮਿਲੀਆਂ ਹਨ। ਇਹ ਦਰਿਆ ਨਾਲ ਰੁੜ ਕੇ ਆਏ ਚੂਨੇ ਤੇ ਰੇਤ ਵਿੱਚ ਪਈਆਂ ਹੋਈਆਂ ਸਨ। ਇਹਦੀਆਂ ਹੱਡੀਆਂ ਦੇ ਮੁਕੰਮਲ ਪਿੰਜਰ ਪੋਲੈਂਡ ਵਿੱਚ ਮਿਲੇ ਹਨ। ਉਹ ਤੇਲ ਦੇ ਚਸ਼ਮਿਆਂ ਲਾਗੇ ਤੇਲ ਵਿੱਚ ਭਿੱਜੇ ਹੋਏ ਸਨ। ਜੱਤ ਵਾਲਾ ਹਾਥੀ। ਪੂਰਵ ਇਤਿਹਾਸਿਕ ਜਾਨਵਰਾਂ ਵਿੱਚੋਂ ਅਸੀਂ ਦੈਂਤਕਾਰ ਹਾਥੀ ਬਾਰੇ ਬਹੁਤ ਕੁਝ ਜਾਣਦੇ ਹਾਂ। ਇਹ ਅੱਜ ਕੱਲ੍ਹ ਦੇ ਅਫਰੀਕਾ ਦੇ ਹਾਥੀ ਕੋਲੋਂ ਵੱਡਾ ਸੀ ਪਰ ਸ਼ਕਲ ਵਿੱਚ ਹਿੰਦੁਸਤਾਨੀ ਹਾਥੀ ਨਾਲ ਮਿਲਦਾ ਜੁਲਦਾ ਸੀ। ਪੂਰਵ ਇਤਿਹਾਸਿਕ ਆਦਮੀਆਂ ਦੀਆਂ ਰਹਿਣ ਵਾਲੀਆਂ ਗੁਫਾਵਾਂ ਦੀਆਂ ਕੰਧਾਂ ਤੇ ਇਹਦੇ ਸੁਚੱਜੇ ਢੰਗ ਨਾਲ ਬਣੇ ਚਿੱਤਰ ਮਿਲੇ ਹਨ। ਸਾਈਬੇਰੀਆ ਦੇ ਬਰਫਾਨੀ ਇਲਾਕੇ ਵਿੱਚ ਇਹਦੇ ਕਈ ਮ੍ਰਿਤਕ ਸਰੀਰ ਮਿਲੇ ਹਨ। ਇਹਨਾਂ ਵਿੱਚੋਂ ਇੱਕ 1901 ਵਿੱਚ ਇੱਕ ਖੱਡ ਵਿੱਚੋਂ ਮਿਲਿਆ ਸੀ। ਇਹਦਾ ਨੱਕ ਤੇ ਅਗਲੀਆਂ ਹੱਡੀਆਂ ਲੱਤਾਂ ਟੁੱਟੀਆਂ ਹੋਈਆਂ ਸਨ ਜੋ ਸ਼ਾਇਦ ਉਹਦੇ ਇਸ ਖੱਡ ਵਿੱਚ ਡਿੱਗਣ ਨਾਲ ਟੁੱਟ ਗਈਆਂ ਹੋਣ। ਜਿਹੜਾ ਘਾਹ ਉਹ ਡਿੱਗਣ ਵੇਲੇ ਖਾ ਰਿਹਾ ਸੀ ਉਹ ਉਹਦੇ ਮੂੰਹ ਵਿੱਚ ਉਸੇ ਤਰ੍ਹਾਂ ਪਿਆ ਮਿਲਿਆ ਸੀ। ਬਰਫ਼ ਵਿੱਚ ਦੱਬੇ ਜਾਣ ਕਰਕੇ ਇਹਦਾ ਸਰੀਰ ਜਰਾ ਵੀ ਨਹੀਂ ਸੀ ਗਲਿਆ ਸੜਿਆ। ਕਟਾਰ ਦੰਦ ਸ਼ੇਰ। ਇਹਦੇ ਜਬਾੜੇ ਕੁਦਰਤ ਨੇ ਇਸ ਤਰ੍ਹਾਂ ਬਣਾਏ ਸਨ ਕਿ ਇਹ ਆਪਣਾ ਮੂੰਹ ਵੱਧ ਤੋਂ ਵੱਧ ਖੋਲ੍ਹ ਸਕੇ ਤੇ ਆਪਣੀ ਕਟਾਰ ਵਰਗੀ ਸ਼ਕਲ ਵਰਗੇ ਖਤਰਨਾਕ ਦੰਦ ਪੂਰੀ ਤਰ੍ਹਾਂ ਵਰਤ ਸਕੇ। ਇਹਦੇ ਦੰਦਾਂ ਦਾ ਸਿਰਾ ਬੜਾ ਤਿੱਖਾ ਤੇ ਅੰਦਰ ਨੂੰ ਮੁੜਿਆ ਹੁੰਦਾ ਸੀ। ਇਹ ਇਸ ਤਰ੍ਹਾਂ ਦਾ ਬਣਿਆ ਹੁੰਦਾ ਸੀ ਕਿ ਉਹਨਾਂ ਨੂੰ ਦੂਜੇ ਜਾਨਵਰਾਂ ਦੇ ਮਾਸ ਵਿੱਚ ਚੰਗੀ ਤਰ੍ਹਾਂ ਖੋਭ ਕੇ ਤੇ ਉਸ ਨੂੰ ਪਾੜ ਕੇ ਬੁਰਕੀ ਬੁਰਕੀ ਕਰ ਸੁੱਟੇ। ਇਉਂ ਜਾਪਦਾ ਹੈ ਕਿ ਇਹ ਗੈਂਡਿਆਂ ਵਰਗੀ ਮੋਟੀ ਖਲੜੀ ਵਾਲੇ ਜਾਨਵਰਾਂ ਦਾ ਸ਼ਿਕਾਰ ਕਰਦਾ ਸੀ। ਇਹਦੀਆਂ ਕਈ ਕਿਸਮਾਂ ਯੂਰਪ ਤੇ ਅਮਰੀਕਾ ਵਿੱਚ ਰਹਿੰਦੀਆਂ ਸਨ। ਯੂਰਪ ਵਿੱਚੋਂ ਤੇ ਬਰਫਾਨੀ ਯੁੱਗ ਵਿੱਚ ਜੋ ਅੱਜ ਤੋਂ ਕਈ ਕਰੋੜ ਸਾਲ ਪਹਿਲਾਂ ਹੋਇਆ ਹੈ ਖਤਮ ਹੋ ਗਿਆ ਪਰ ਅਮਰੀਕਾ ਵਿੱਚ ਇਹ ਅੱਜ ਤੋਂ 1 ਕਰੋੜ 20 ਲੱਖ ਸਾਲ ਪਹਿਲਾਂ ਤੱਕ ਰਿਹਾ। ਕਟਾਰ ਦੰਦ ਸ਼ੇਰ ਦਾ ਆਕਾਰ ਬੱਬਰ ਸ਼ੇਰ ਜਿੱਡਾ ਸੀ। ਇਹ ਭਾਵੇਂ ਬੱਬਰ ਸ਼ੇਰ ਤੋਂ ਜ਼ਿਆਦਾ ਤਾਕਤਵਰ ਸੀ ਪਰ ਬੱਬਰ ਸ਼ੇਰ ਜਿੰਨਾ ਤੇਜ਼ ਨਹੀਂ ਸੀ ਦੌੜ ਸਕਦਾ। ਅਜੀਬ ਖੋਪਰੀ ਵਾਲਾ ਗੈਂਡਾ। ਜਦੋਂ ਧਰਤੀ ਤੇ ਰੀਂਗਣ ਵਾਲੇ ਕਿਰਲੇ ਤੇ ਉਹਨਾਂ ਦੀਆਂ ਸਾਰੀਆਂ ਕਿਸਮਾਂ ਖਤਮ ਹੋ ਗਈਆਂ ਤਾਂ ਦੁੱਧ ਚੁੰਘਾਉਣ ਵਾਲੇ ਤੇ ਦੈਂਤਕਾਰ ਜੰਤੂਆਂ ਦੀ ਉਤਪਤੀ ਸ਼ੁਰੂ ਹੋਈ। ਕਿਰਲੇ ਆਂਡੇ ਦਿੰਦੇ ਸਨ ਪਰ ਦੁੱਧ ਚੁੰਘਾਉਣ ਵਾਲੇ ਜੀਵਾਂ ਦੇ ਬੱਚੇ ਜਿਉਂਦੇ ਪੈਦਾ ਹੁੰਦੇ ਸਨ। ਇਹਨਾਂ ਦੇ ਬੱਚੇ ਆਂਡੇ ਦੇਣ ਵਾਲੇ ਜੰਤੂਆਂ ਦੇ ਮੁਕਾਬਲੇ ਵਿੱਚ ਜ਼ਿਆਦਾ ਧਿਆਨ ਤੇ ਪਾਲਣਾ ਮੰਗਦੇ ਸਨ। ਮਨੁੱਖ ਜਾਤੀ, ਚੂਹੇ ਤੇ ਵੇਲ ਮੱਛੀ ਸਭ ਦੁੱਧ ਚੁੰਘਾਉਣ ਵਾਲੇ ਜੰਤੂ ਹਨ। ਇਸ ਗੈਂਡੇ ਦੇ ਉੱਤਰੀ ਅਮਰੀਕਾ ਵਿੱਚ 2 ਕਰੋੜ 50 ਸਾਲ ਪੁਰਾਣੇ ਫੋਸਿਲ ਮਿਲੇ ਹਨ। ਇਹਨਾਂ ਇੱਕ ਸਿੰਗ ਨੱਕ ਉੱਤੇ, ਦੂਜਾ ਅੱਖ ਉੱਤੇ ਤੇ ਤੀਜਾ ਮੱਥੇ ਉੱਤੇ ਹੁੰਦਾ ਸੀ। ਇਹਦਾ ਦਿਮਾਗ ਬਹੁਤ ਹੀ ਛੋਟਾ ਹੁੰਦਾ ਸੀ। ਇਹ ਆਪਣੇ ਕੱਦ ਦੇ ਅੱਜ ਕੱਲ੍ਹ ਦੇ ਜੰਤੂਆਂ ਕੋਲੋਂ ਸਿਰਫ 8 ਗੁਣਾ ਸੀ। ਇਹ ਬਨਸਪਤੀ ਤੇ
ਪਲਦਾ ਸੀ ਤੇ ਇਹਦਾ ਕੱਦ ਅੱਜ ਕੱਲ੍ਹ ਦੇ ਗੈਂਡੇ ਜਿੱਡਾ ਸੀ। 3 ਸਿੰਗਾਂ ਵਾਲਾ ਗੈਂਡਾ। ਇਹ ਘਾਹ ਤੇ ਪੱਤੇ ਖਾਣ ਵਾਲਾ ਜੰਤੂ ਸੀ। ਇਸ ਦੇ 3 ਸਿੰਗ ਸਨ, ਇੱਕ ਨੱਕ ਉੱਤੇ, ਇੱਕ ਦੋਹਾਂ ਅੱਖਾਂ ਉੱਤੇ। ਇਸ ਦੀ ਧੌਣ ਉੱਤੇ ਇੱਕ ਹੱਡੀ ਦੀ ਝਾਲਰ ਜਿਹੀ ਹੁੰਦੀ ਸੀ। ਇਹ ਕੋਈ 25 ਫੁੱਟ ਲੰਮਾ ਹੁੰਦਾ ਸੀ ਤੇ ਲੱਕ ਤੋਂ ਕੋਈ 9 ਫੁੱਟ ਉੱਚਾ ਹੁੰਦਾ ਸੀ। ਭਾਵੇਂ ਇਸ ਦਾ ਜਬਾੜਾ 6 ਫੁੱਟ ਲੰਮਾ ਸੀ, ਪਰ ਇਸ ਦਾ ਦਿਮਾਗ ਕੇਵਲ ਬਿੱਲੀ ਦੇ ਬਲੂੰਗੜੇ ਜਿੱਡਾ ਹੀ ਹੁੰਦਾ ਸੀ। ਇਸ ਦੇ ਅਮਰੀਕਾ ਤੇ ਕੈਨੇਡਾ ਵਿੱਚ 11 ਕਰੋੜ ਸਾਲ ਪੁਰਾਣੇ ਪਥਰਾਏ ਹੋਏ ਪੰਜਰ ਮਿਲੇ ਹਨ। ਸਮੁੰਦਰੀ ਗਊ। ਇਹ ਇੱਕ ਅਨੋਖੇ ਢੰਗ ਦਾ ਸਮੁੰਦਰੀ ਜੀਵ ਹੈ। ਇਹ ਪਹਿਲੀ ਵਾਰ 1741 ਵਿੱਚ ਉੱਤਰੀ ਸ਼ਾਂਤ ਮਹਾਸਾਗਰ ਵਿੱਚ ਫੜੀ ਗਈ ਸੀ। ਇਹ 24 ਫੁੱਟ ਲੰਮੀ ਸੀ ਤੇ ਵਿਚਕਾਰੋਂ ਇਸ ਦਾ ਘੇਰਾ 20 ਫੁੱਟ ਦੇ ਲਗਭਗ ਸੀ। ਇਹਦੀਆਂ ਪਿਛਲੀਆਂ ਲੱਤਾਂ ਨਹੀਂ ਸਨ। ਅਗਲੀਆਂ ਲੱਤਾਂ ਨਿੱਕੀਆਂ ਨਿੱਕੀਆਂ ਤੇ ਬੜੀ ਅਜੀਬ ਕਿਸਮ ਦੀਆਂ ਸਨ। ਇਹਦੀ ਮੋਟੀ ਖਲੜੀ ਦਰਖਤ ਦੀ ਛਾਲ ਵਰਗੀ ਸੀ। ਇਹ ਜੜ੍ਹਾਂ ਵਿੱਚ ਰਹਿੰਦੀ ਸੀ ਤੇ ਸਮੁੰਦਰ ਤੇ ਜੰਮੀ ਹੋਈ ਕਾਈ ਖਾਂਦੀ ਸੀ। ਇਹਦੇ ਉੱਪਰਲੇ ਬੁੱਲਾਂ ਤੇ ਕੰਡਿਆਂ ਵਰਗੇ ਤਿੱਖੇ ਵਾਲ ਸਨ, ਜਿਹੜੇ ਇਹਨੂੰ ਕਾਹੀ ਇਕੱਠੀ ਕਰਕੇ ਦੰਦ ਰਹਿਤ ਮੂੰਹ ਤੱਕ ਪਹੁੰਚਾਉਣ ਵਿੱਚ ਸਹਾਇਤਾ ਦਿੰਦੇ ਸਨ। ਇਹਦੇ ਮਾਸ ਦਾ ਸਵਾਦ ਗਊ ਦੇ ਮਾਸ ਵਰਗਾ ਸੀ ਤੇ ਇਹਦੀ ਚਰਬੀ ਦਾ ਸਵਾਦ ਮੱਖਣ ਵਰਗਾ ਸੀ। ਜਦੋਂ ਸ਼ਿਕਾਰੀ ਇਹਨੂੰ ਕੰਡੇ ਨਾਲ ਫੜਨ ਦੀ ਕੋਸ਼ਿਸ਼ ਕਰਦੇ ਸਨ ਤਾਂ ਇਹਦੇ ਬਾਕੀ ਸਾਥੀ ਇਹਦੀ ਮਦਦ ਤੇ ਆ ਜਾਂਦੇ ਸਨ ਤੇ ਇਹਨੂੰ ਛੁਡਾਉਣ ਲਈ ਪੂਰਾ ਯਤਨ ਕਰਦੇ ਸਨ। ਜਦ ਇੱਕ ਵਾਰ ਇੱਕ ਸਮੁੰਦਰੀ ਗਊ ਨੂੰ ਫੜ ਕੇ ਕੰਡੇ ਤੇ ਆਂਦਾ ਗਿਆ ਤਾਂ ਉਹਦਾ ਪਤੀ ਸਮੁੰਦਰੀ ਬਲਦ ਲਗਾਤਾਰ 3 ਦਿਨ ਉਹਨੂੰ ਕੰਡੇ ਤੋਂ ਲੈ ਜਾਣ ਦੀ ਕੋਸ਼ਿਸ਼ ਕਰਦਾ ਰਿਹਾ। 1768 ਵਿੱਚ ਸ਼ਿਕਾਰੀਆਂ ਨੇ ਇਹਦੀ ਹੋਂਦ ਬਿਲਕੁਲ ਨਸ਼ਟ ਕਰ ਦਿੱਤੀ। ਫਨ ਥੋਰ ਕਿਲਾ। ਇਹ ਅਨੋਖੀ ਕਿਸਮ ਦਾ ਜੰਤੂ ਸਾਡੀ ਧਰਤੀ ਤੇ 4 ਕਰੋੜ ਸਾਲ ਪਹਿਲਾਂ ਹੁੰਦਾ ਸੀ। ਇਹ ਵੀ ਦੈਂਤਕਾਰ ਕਿੱਲਿਆਂ ਦੀ ਨਸਲ ਵਿੱਚੋਂ ਸੀ। ਇਹ ਲੰਬਾਈ ਵਿੱਚ 25 ਫੁੱਟ ਸੀ ਤੇ ਇਹਦੀਆਂ ਪਿਛਲੀਆਂ ਲੱਤਾਂ ਤੋਂ ਇਹਦੀ ਉਚਾਈ ਕੋਈ 9 ਫੁੱਟ ਦੇ ਲਗਭਗ ਸੀ। ਅਮਰੀਕਾ ਤੇ ਬਰਤਾਨੀਆ ਵਿੱਚ ਇਹਦੇ ਫੋਸਿਲ ਕਾਫੀ ਗਿਣਤੀ ਵਿੱਚ ਮਿਲੇ ਹਨ। ਇਹਦੀ ਚੁੰਝ ਬੜੀ ਮਜ਼ਬੂਤ ਹੁੰਦੀ ਸੀ ਤੇ ਘਾਹ ਹਰੇ ਹਰੇ ਪੱਤਿਆਂ ਤੇ ਪੌਦਿਆਂ ਦੀਆਂ ਕੂਲੀਆਂ ਕੂਲੀਆਂ ਟਾਹਣੀਆਂ ਤੇ ਪਲਦਾ ਸੀ। ਇਸ ਦੀ ਪਿੱਠ ਤੇ ਫਨ ਥੋੜ ਵਾਂਗ ਤਿੱਖੀਆਂ ਤਿੱਖੀਆਂ ਪਲੇਟਾਂ ਲੱਗੀਆਂ ਹੁੰਦੀਆਂ ਸਨ। ਪੂਛ ਤੇ ਵੱਡੇ ਵੱਡੇ ਕੰਡੇ ਹੁੰਦੇ ਸਨ ਜੋ ਇਹਨੂੰ ਜ਼ਾਲਮ ਕਿਰਲੇ ਵਰਗੇ ਮਾਸਾਹਾਰੀ ਜਾਨਵਰਾਂ ਦੇ ਹਮਲਿਆਂ ਤੋਂ ਬਚਾਉਂਦੇ ਸਨ। ਇਹਦਾ ਦਿਮਾਗ ਬਹੁਤ ਛੋਟਾ ਹੁੰਦਾ ਸੀ। ਘੋੜੇ ਦੀ ਉਤਪਤੀ। ਹੋਰਨਾਂ ਜਾਨਵਰਾਂ ਦੇ ਮੁਕਾਬਲੇ ਵਿੱਚ ਅਸੀਂ ਘੋੜੇ ਦੀ ਉਤਪਤੀ ਬਾਰੇ ਕਾਫੀ ਕੁਝ ਜਾਣਦੇ ਹਾਂ। ਘੋੜੇ ਦੀ ਨਸਲ ਦੇ ਸਭ ਤੋਂ ਪੁਰਾਤਨ ਜੀਵ ਦੀ ਉਚਾਈ ਸਿਰਫ 11 ਇੰਚ ਦੇ ਲਗਭਗ ਹੁੰਦੀ ਸੀ। ਘੋੜੇ ਦੀ ਸਭ ਤੋਂ ਪੁਰਾਤਨ ਨਸਲ ਯੂਰਪ ਵਿੱਚ ਪਾਈ ਜਾਂਦੀ ਸੀ। ਪਹਿਲੇ ਚਿੱਤਰ ਵਾਲੇ ਅਮਰੀਕਨ ਘੋੜੇ ਦੀ ਹੋਂਦ ਯੂਰਪੀਅਨ ਘੋੜੇ ਤੋਂ ਬਾਅਦ ਵਿੱਚ ਹੋਈ, ਪਰ ਸ਼ਕਲ ਵਿੱਚ ਕੋਈ ਖਾਸ ਫਰਕ ਨਹੀਂ ਸੀ। ਇਹ ਦੋਨੋਂ 2 ਕਰੋੜ 50 ਲੱਖ ਸਾਲ ਪਹਿਲਾਂ ਹੋਏ। ਅੱਜ ਕੱਲ੍ਹ ਦੇ ਘੋੜੇ ਦਾ ਇੱਕੋ ਸੁੰਬ ਹੁੰਦਾ ਹੈ, ਪਰ ਇਸ ਜਾਨਵਰ ਦੀਆਂ ਪਿਛਲੀਆਂ ਲੱਤਾਂ ਵਿੱਚ 3-3 ਤੇ ਅਗਲੀਆਂ ਲੱਤਾਂ ਵਿੱਚ 4-4 ਸੁੰਬਦਾਰ ਪੱਬ ਸਨ। ਜਿਉਂ-ਜਿਉਂ ਸਮਾਂ ਗੁਜ਼ਰਦਾ ਗਿਆ, ਇਹਨਾਂ ਦੇ ਇੱਕ ਵੱਡੇ ਪੱਬ ਤੋਂ ਸਿਵਾ ਬਾਕੀ ਪੱਬ ਸਭ ਖਤਮ ਹੋ ਗਏ। ਅੱਜ ਕੱਲ੍ਹ ਦੇ ਘੋੜੇ ਦੀਆਂ 4 ਸੁੰਬਦਾਰ ਲੱਤਾਂ ਹਨ ਤੇ ਉਹਨਾਂ ਦੇ ਨਾਂ ਮਾਤਰ 2-2 ਪੱਬ ਵੀ ਰਹਿ ਗਏ ਸਨ। ਘੋੜੇ ਦੀ ਉਤਪਤੀ ਬਾਰੇ ਸਾਨੂੰ ਭਾਵੇਂ ਅਮਰੀਕੀ ਫੋਸਿਲਾਂ ਤੋਂ ਪਤਾ ਲੱਗਿਆ ਹੈ, ਪਰ ਅਮਰੀਕਾ ਵਿੱਚ ਘੋੜੇ 1 ਕਰੋੜ 20 ਲੱਖ ਸਾਲ ਪਹਿਲਾਂ ਹੀ ਖਤਮ ਹੋ ਗਏ ਸਨ ਤੇ ਅੱਜ ਤੋਂ ਸਿਰਫ 200-300 ਸਾਲ ਪਹਿਲਾਂ ਯੂਰਪ ਦੇ ਲੋਕਾਂ ਨੇ ਘੋੜੇ ਨੂੰ ਮੁੜ ਅਮਰੀਕਾ ਖੜਿਆ ਹੈ। ਇਹ ਸੀ ਸਾਡੇ ਪੂਰਵ ਇਤਿਹਾਸਿਕ ਜੰਤੂਆਂ ਬਾਰੇ ਜਾਣਕਾਰੀ। ਪੂਰਵ ਇਤਿਹਾਸਿਕ ਜੰਤੂਆਂ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਦਾ ਮਕਸਦ ਇਹ ਹੈ ਕਿ ਇਸ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਉਸ ਸਮੇਂ ਕਿਸ ਤਰ੍ਹਾਂ ਦੇ ਜਾਨਵਰ ਸਨ ਜਿਹੜੇ ਧਰਤੀ 'ਤੇ 4.5 ਬਿਲੀਅਨ ਸਾਲ ਪਹਿਲਾਂ ਰਹਿੰਦੇ ਸਨ। ਅੱਜ ਕਿਹੜੇ ਜਾਨਵਰ ਅਜੇ ਵੀ ਧਰਤੀ 'ਤੇ ਸਾਡੇ ਨਾਲ ਰਹਿ ਰਹੇ ਹਨ। ਇਸ ਗਿਆਨਵਰਧਕ ਜਾਣਕਾਰੀ ਨੂੰ ਤੁਸੀਂ ਪਹਿਲਾਂ ਆਪ ਹਾਸਿਲ ਕਰਨਾ ਹੈ ਤੇ ਫਿਰ ਦੂਸਰਿਆਂ ਨਾਲ ਸਾਂਝਾ ਜ਼ਰੂਰ ਕਰਨਾ ਹੈ। ਸ਼ੁਭ ਇਛਾਵਾਂ ਸਹਿਤ। ਧੰਨਵਾਦ। ਹਰਜੀਤ।